सतनाम करता पुरख निरभਉ निरवैर अकाल मूरत अजूनी सैभं गुर प्रसाद। इक ओंकार सतनाम करता पुरख निरभਉ निरवैर काल मूरत अजूनी सैभं गुर प्रसाद। इक ओंकार सतनाम करता पुरख निरभਉ निरवैर अकाल मूरत अजूनी सैभं गुर प्रसाद। इक ओंकार सतनाम करता पुरख निरभਉ निरवैर अकाल मूरत अजूनी सैभं गुर प्रसाद। इक ओंकार सतनाम करता पुरख निरभਉ निरवैर अकाल मूरत अजूनी सैभं गुर प्रसाद। वाहिगुरु 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 वाहिगुरु। बसंत महला पंजवां कर दूजा हिंडोल। एक ओंकार सत गुर प्रसाद। होए एकत्र मिलो मेरे भाई दुविधा दूर करो लिव लाए। होए एकत्र मिलो मेरे भाई दुविधा दूर करो लिव लाए। हर नामै के होवो जोड़ी गुरमुख बैसो सफा बिछाए। इन बिध पासा टालो बीर इन बिध पासा टालो बीर गुरमुख गुरमुख नाम जपो दिन राती
अंत काल ना लागे पीर रहा। कर्म धर्म तुम चौपड़ साजो, कर्म धर्म तुम चौपड़ साजो, सत करो तुम सारी, काम क्रोध लोभ मोह जीतो, काम क्रोध लोभ मोह जीतो, ऐसी खेल हर प्यारी। उठ स्नान करो प्रभाते, उठ स्नान करो प्रभाते, सोए हर आराधे, बिखड़े दाओ लंघावे मेरा सतगुर, सुख सहज सेती कर जाते, हर आपे खेलै आपे देखे, हर आपे रचन रचाया, हर आपे खेलै आपे देखे, हर आपे रचन रचाया, जन नानक गुरमुख जो नर खेलै, जन नानक गुरमुख जो नर खेलै, सो जिण बाजी घर आया, सो जिण बाजी घर आया, जिण बाजी घर आया। वाहगुरु 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 वाहगुरु। वाहिगुरु जी का खालसा, वाहिगुरु जी की फतेह। आज anything on mind, anyone's? हाँ जी, any topic? कोई नहीं? देवी देवतियां दे बारे गल कर रहे सन, ओदे बारे कर सकते हैं। What else? नवदीप जी थोड़े जे टॉपिक नोट कर लिया करो फिर। उसी ने बिन तेल दीवा क्यों जले? हाँ जी, हाँ वो पिछली बारी भी करना सीगा, हैं एक दो बारियां पहले के कदम पीछे जे, यस आई रिमेंबर। हाँ जी, या वो कर लिया, काफी देर तो रहेगा। हाँ जी वो करिए। चलो चलो जी, कारज अपना कार सिंह जी भी है, सिमरत भैन जी है। चलो सिमरत भैन जी पढ़ो जरा अपने सुर दे विच शब्द ते फिर असी विचार शुरू करिए।
बिन तेल दीवा क्यों जले। ਵਾਹਿਗੁਰੂ ਵਾਹਿਗੁਰੂ ਸ੍ਰੀ ਰਾਗ ਮਹਿਲਾ ਪਹਿਲਾ ਘਰ ਪੰਜਵਾਂ। ਅਛਲ ਛਲਾਈ ਨਾ ਚਲੈ ਨਾ ਕਾਓ ਕਟਾਰਾ ਕਰ ਸਕੈ। ਜਿਉ ਸਾਹਿਬ ਰਾਖੈ ਤਿਉ ਰਹਿ ਇਸ ਲੋਭੀ ਕਾ ਜੀਓ ਟਲ ਪਲੈ। ਬਿਨ ਤੇਲ ਦੀਵਾ ਕਿਉ ਜਲੈ ਰਹਾਉ। ਪੋਥੀ ਪੁਰਾਣ ਕਮਾਈਐ ਪਾਉ ਵੱਟੀ ਇਤ ਤਨ ਪਾਈਐ। ਸੱਚ ਬੂਝਣ ਆਣ ਜਲਾਈਐ। ਇਹ ਤੇਲ ਦੀਵਾ ਇਉ ਜਲੈ ਕਰ ਚਾਨਣ ਸਾਹਿਬ ਤਉ ਮਿਲੈ ਰਹਾਉ। ਇਤ ਤਨ ਲਾਗੈ ਬਾਣੀਆਂ ਸੁਖ ਹੋਵੈ ਸੇਵ ਕਮਾਣੀਆਂ। ਸਭ ਦੁਨੀਆ ਆਵਣ ਜਾਣੀਆਂ ਵਿੱਚ ਦੁਨੀਆ ਸੇਵ ਕਮਾਈਐ। ਤਾਂ ਦਰਗਾਹ ਬੈਸਣ ਪਾਈਐ। ਕਹ ਨਾਨਕ ਬਾਂ ਲੁਡਾਈਐ। ਵਾਹਿਗੁਰੂ ਜੀ ਕਾ ਖਾਲਸਾ ਜੀ ਕੀ करोगे सिमरत जी। Can we have the page number, please? Sure. Thank you. Page number is 26. 26. Sri Rag। हाँ जी सिमरत जी। I don't know, ਤੁਸੀਂ ਕਰੋ। ਕਾਰ ਸਿੰਘ ਜੀ। ਤੁਸੀਂ ਕਰੋ। ਹਾਂਜੀ ਸ਼ਬਦ ਆਈ ਥਿੰਕ ਕਾਫੀ ਡਿਫਿਕਲਟ ਜਿਹਾ, ਸੋ ਤੁਸੀਂ ਆਪ ਆਰੰਭ ਕਰੋ। ਅੱਛਾ, ਜਿੱਥੇ ਡਿਫਿਕਲਟ ਹੋਵੇ ਉੱਥੇ ਗਰੀਬ ਆਦਮੀ ਨੂੰ ਝੋਕ ਦਿਓ, ਤੁਸੀਂ ਸਿਆਣੇ ਹੋ। ਜੇ ਗੱਡ ਖੂਬੀ ਹੋਵੇ ਤੇ ਜਿਹੜਾ ਜਵਾਨ ਵੜਕਾ ਆਉਂਦਾ ਉਹਨੂੰ ਜੋਈਦਾ ਨਾ। ਠੀਕ ਹੈ Okay. ਚਲੋ। ਅਪੈਰੈਂਟਲੀ ਇਸ ਸ਼ਬਦ ਦੇ ਵਿੱਚ ਐਕਚੁਅਲੀ ਤਿਆਰੀ ਵਾਲਾ ਸ਼ਬਦ ਹੈ, ਪਰ ਚਲੋ ਜਿਉਂ ਸਾਹਿਬ ਰਾਖੇ ਤਿਉਂ ਰਹੇ ਇਹਦੇ ਚ ਵੀ ਆਇਆ। ਤਿੰਨ ਰਹਾਓ ਸਾਨੂੰ ਨਜ਼ਰ ਆਉਂਦੇ ਨੇ। ਸੋ ਇਹੋ ਜਿਹੇ ਸ਼ਬਦ ਬਹੁਤ ਥੋੜੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿੱਥੇ ਹਰ ਇੱਕ ਆਲਮੋਸਟ ਹਰ ਇੱਕ ਬੰਦ ਦੇ ਬਾਅਦ ਰਹਾਓ ਆ ਜਾਂਦਾ ਹੈ। ਦੈਟ ਮੀਨਸ ਕਿ ਇੱਥੇ ਖੜੋ ਤੇ ਇਹਨੂੰ ਸੋਚੋ। ਸੋ ਪਹਿਲਾ ਜਿਹੜਾ ਰਹਾਓ ਹੈ ਉਹ ਸਿੱਧਾ ਹੀ ਹੈਗਾ, ਬਿਨ ਤੇਲ ਦੀਵਾ ਕਿਉਂ ਜਲੇ। ਬੜੀ ਸਿੱਧੀ ਜੀ ਗੱਲ ਹੈ ਵੀ ਅਸੀਂ ਜੇ ਦੁਨਿਆਵੀ ਪੱਧਰ ਤੇ ਦੇਖਦੇ ਹਾਂ ਇਹਨੂੰ, ਕਿ ਜੇ ਦੀਵੇ 'ਚ ਤੇਲ ਨਹੀਂ ਪਾਇਆ ਤੇ ਦੀਵਾ ਬਲਦਾ ਹੀ ਨਹੀਂ। ਜਿਹੜੀ ਉਹਦੀ ਵੱਟੀ ਹੁੰਦੀ ਹੈ, ਜਿਹਨੂੰ ਰੂੰ ਕਹਿੰਦੇ ਆ, ਉਹ ਸੜ ਕੇ ਫਟ ਸੁਆਹ ਹੋ ਜਾਏਗੀ ਇੱਕ ਸਕਿੰਟ 'ਚ। ਤੇ ਜੇ ਤੇਲ ਹੋਏਗਾ ਤੇ ਉਹ ਬੜੀ ਦੇਰ ਸਸਟੇਨ ਕਰਦੀ ਹੈ। ਹੁਣ ਮੈਂ ਦੇਖਦਾ ਵੀ ਇਹਦੇ 'ਚ ਗੁਰੂ ਸਾਹਿਬ ਮੈਨੂੰ ਕੀ ਸਮਝਾ ਰਹੇ, ਕੀ ਦੀਵੇ ਦੀ ਹੋਈ ਗੱਲ ਹੈ? ਨਹੀਂ, ਮੇਰੇ ਅੰਦਰ ਵੀ ਤੇ ਜੋਤ ਜਗਦੀ ਹੈ ਨਾ ਉਹਦੀ, ਤੇ ਮੈਂ ਉਹਨੂੰ ਤੇਲ ਕਿਹੜਾ ਪਾਣਾ ਹੈ? ਜੇ ਮੇਰੇ ਅੰਦਰ ਰੱਬ ਦੀ ਜੋਤ ਜਗਦੀ ਰਵੇ
ਤੇ ਮੈਂ ਉਹਦੇ 'ਚ ਕਿਹੜਾ ਤੇਲ ਪਾਵਾਂਗਾ। ਜਿਸ ਤਰ੍ਹਾਂ ਬਾਹਰੀ ਦੀਵੇ ਨੂੰ ਮੈਂ ਤੇਲ ਦੇ ਨਾਲ ਜਾਗਰੂਕ ਕਰਨਾ ਹੈ, ਰੱਖਣਾ ਹੈ ਉਹਨੂੰ। ਦੀਵੇ ਦੀ ਐਗਜ਼ਿਸਟੈਂਸ ਹੀ ਤਾਂ ਹੈ ਜੇ ਤੇਲ ਹੈਗਾ। ਤੇਲ ਦੀਵੇ ਦਾ ਅਨਿੱਖੜਵਾਂ ਅੰਗ ਹੈ, ਅਨਸੈਪਰੇਬਲ। ਇਸੇ ਤਰ੍ਹਾਂ ਤੇਲ ਦਾ ਦੀਵਾ ਵੀ ਅਨਿੱਖੜਵਾਂ ਅੰਗ ਹੈ। ਇਹਨਾਂ ਦੋਵਾਂ ਦਾ ਕੰਬੀਨੇਸ਼ਨ। ਜੇ ਤੇਲ ਹੋਵੇ ਮੇਰੇ ਕੋਲ ਤੇ ਦੀਵਾ ਨਾ ਹੋਵੇ ਤਾਂ ਵੀ ਮੈਂ ਕੱਲਾ ਤੇਲ ਨਹੀਂ ਬਾਲ ਸਕਦਾ। ਜੇ ਦੀਵਾ ਹੋਵੇ ਤੇ ਤੇਲ ਨਾ ਹੋਵੇ ਤੇ ਮੈਂ ਤਾਂ ਵੀ ਕੱਲਾ ਦੀਵਾ ਨਹੀਂ ਬਾਲ ਸਕਦਾ। ਮੇਰਾ ਪਰਪਸ ਜਿਹੜਾ ਰੁਸ਼ਨਾਨ ਦਾ ਉਹ ਨਹੀਂ ਹਾਸਲ ਹੁੰਦਾ। ਹੁਣ ਜਦੋਂ ਮੈਂ ਦੇਖਦਾ ਕਿ ਮੇਰਾ ਕਿਹੜੇ ਦੀਵੇ ਨੂੰ ਮੈਂ ਬਾਲਣਾ ਚਾਹੁੰਦਾ। ਅਸੀਂ ਇੰਨਾ ਕੁਝ ਪੜ੍ਹਦੇ ਹਾਂ ਸ਼ਬਦ ਵਿਚਾਰਾਂ ਦੇ ਵਿੱਚ ਕਿ ਮੈਂ ਰੱਬ ਜੀ ਦੀ ਅਵੇਅਰਨੈਸ ਦਾ ਦੀਵਾ ਬਾਲਣਾ। ਮੈਂ ਵਨਨੈਸ ਦਾ ਦੀਵਾ ਬਾਲਣਾ, ਵਨਨੈਸ ਦੇ ਡੋਮੇਨ 'ਚ ਰਹਿਣਾ। ਮੈਂ ਕਹਿੰਦੇ ਹਾਂ ਨਾ ਅਸੀਂ ਅਕਸਰ ਜਿਹੜਾ ਜਾਰਗਨ ਅਸੀਂ ਯੂਜ਼ ਕਰਦੇ ਹਾਂ, ਅਸੀਂ ਉਸ ਦੀ ਗੱਲ ਕਰਾਂਗੇ। ਜੇ ਮੈਂ ਵਨਨੈਸ ਦੇ ਦੀਵੇ ਨੂੰ ਬਾਲਣਾ ਹੈ, ਉਹਦੇ ਨਾਲ ਕੀ ਹੋਏਗਾ? ਮੇਰਾ ਮੈਟੀਰੀਅਲ ਅੰਧਕਾਰ, ਦ ਡਾਰਕਨੈਸ ਆਫ ਮਟੀਰੀਅਲਿਜ਼ਮ, ਅਦਰਨੈਸ ਦਾ, ਵਨਨੈਸ ਦਾ, ਉਹ ਚਲਾ ਜਾਏਗਾ। But before I get to that point, I must accept, establish that I am in darkness. ਅਸੀਂ ਪੜ੍ਹਦੇ ਹਾਂ ਨਾ, ਨਾਮ ਤੇਰੋ ਦੀਵਾ, ਨਾਮ ਤੇਰੋ ਬਾਤੀ, ਤੇ ਤੂੰ ਹੀ ਨਿਰੰਜਨ ਕਮਲਾਪਤੀ। ਨਾਮ ਯਾਨੀ ਕਿ ਅਗੇਨ ਹੁਣ ਅਸੀਂ ਉਹ ਜਿਹੜੇ 7 ਕੈਨ ਐਨੀਵਨ ਰਿਮਾਈਂਡ ਮੀ ਉਹ 7 ਕਿਹੜੇ ਨੇ synonyms? We have talked so many times, gazillion times I guess now. ਨਾਮ ਦੇ ਸ਼ਬਦ ਦੇ ਕਿਹੜੇ synonyms ਨੇ ਸਾਡੇ ਕੋਲ on the base of ਮਹਾਨ ਕੋਸ਼? ਆਲਮੋਸਟ ਹਫਤੇ 'ਚ ਇੱਕ ਵਾਰੀ ਤੇ ਉਹਦੀ ਗੱਲ ਹੋ ਹੀ ਜਾਂਦੀ ਹੈ। ਨਾਮ ਸ਼ਬਦ ਹਾਂਜੀ, ਸ਼ਬਦ, ਹੁਕਮ। ਹਾਂਜੀ, ਦੋਨੋਂ ਮਿਲ ਜੁਲ ਕੇ ਕਰ ਲਈਏ। ਹਾਂਜੀ, ਮੈਂ ਕਿਹਾ ਮਿਲ ਜੁਲ ਕੇ ਕਰ ਲਈਏ। ਲੈਟ ਅਸ ਸਪਲੀਕੇਟ ਐਵਰੀਵਨ। रब ਹਾਂਜੀ, क्या बोले पवन जी? रब रब, यस। करतार, ਪ੍ਰਤੀਤ, प्रतीत, नो, नाम नहीं। ਸਿਮਰਨ, सिमरन, ਗਿਆਨ, ज्ञान, that's it। नाम, शब्द, गुरु, गुरबाणी, रब, करतार, हुक्म। यार रोज बोलते हैं ते देखो हुण कितनी माड़ी गल है ना। ਅਸੀਂ ਮਾਫ ਕਰਨਾ, ਇੱਕ ਟੌਪਿਕ ਅਸੀਂ ਛੇੜਿਆ ਟੋਰਨੇਡੋ ਦਾ, ਅਸੀਂ ਸਾਰੇ ਬੋਲ ਪਏ ਤੇ ਘੜੀਆਂ ਨੂੰ ਪਿੱਛੇ ਛੱਡ ਗਏ। ਤੇ ਐਂਡ ਟੈਲ ਮੀ ਇਫ ਆਈ ਐਮ ਰੋਂਗ ਕਿ ਅਸੀਂ ਇੱਕ ਹਫ਼ਤੇ 'ਚ ਘੱਟ ਤੋਂ ਘੱਟ ਇੱਕ ਵਾਰੀ ਇਹਦੀ ਗੱਲ ਜ਼ਰੂਰ ਕਰਦੇ, ਕਿਉਂਕਿ ਇੰਨਾ ਸਿਗਨੀਫੀਕੈਂਟ ਪਾਰਟ ਹੈ। ਇਹ ਸਾਰੇ ਭੁਲੇਖੇ ਦੂਰ ਕਰ ਦੇਗਾ ਮੇਰੇ। ਜਦੋਂ ਮੈਂ ਸ਼ਬਦ ਨੂੰ ਮਹਾਨ ਕੋਸ਼ 'ਚ ਪਾਵਾਂਗਾ ਜਾਂ ਸ਼ਬਦ ਵਾਲਾ ਕੋਈ ਸ਼ਬਦ ਕੱਢਾਂਗਾ ਜਿਹਦੇ 'ਚ ਸ਼ਬਦ ਹੋਵੇ ਤੇ ਉਹਨੂੰ ਮੈਂ ਮਹਾਨ ਕੋਸ਼ ਦੇ ਵਿੱਚ ਜਾ ਕੇ ਦੇਖਾਂਗਾ ਤੇ ਇਟਸ ਸੋ ਈਜ਼ੀ ਕਿ ਮੈਨੂੰ ਜਿਹੜੇ ਸਿਨੋਨਿਮਸ ਨੇ ਸਾਰੇ ਸਮਝ ਆ ਜਾਣ। ਉਹਦੇ 'ਚ 8-9 ਨੇ ਪਰ ਜਿਹੜੇ ਐਪਲੀਕੇਬਲ ਨੇ ਮੈਂ ਉਹਦੀ ਗੱਲ ਕੀਤੀ। ਸੋ ਜਦੋਂ ਹੁਣ ਮੈਨੂੰ ਨਾਮ ਚਾਹੀਦਾ ਹੈ, ਪਹਿਲੀ ਗੱਲ ਕਿ ਮੈਂ ਡਾਰਕਨੈਸ ਹੈਗਾ। ਦੇਖੋ ਮੇਰੀ ਡਾਰਕਨੈਸ ਕਿੰਨੀ ਹੈ,
ਮੈਂ ਹੁਣੇ ਹੀ ਗੱਲ ਕਰ ਰਿਹਾ, ਪਰ ਮੰਨਾਂਗਾ ਮੈਂ ਫੇਰ ਵੀ ਨਹੀਂ। ਮੈਂ ਕਹਾਂਗਾ ਨਹੀਂ ਮੈਂ ਤੇ ਐਨਲਾਈਟਨਡ, ਮੈਂ ਤੇ ਵਿਚਾਰ ਕਰਦਾ, ਮੈਂ ਤੇ ਰੋਜ਼ ਸ਼ਬਦ ਪੜ੍ਹਦਾ, ਮੈਂ ਰੋਜ਼ ਗੁਰਬਾਣੀ ਪੜ੍ਹਦਾ, ਸੋ ਔਨ ਐਂਡ ਸੋ ਫੋਰਥ। ਪਾਤਸ਼ਾਹ ਕਹਿੰਦੇ ਨੇ ਕਿ ਨਹੀਂ, ਪਹਿਲੇ ਤੂੰ ਮੰਨ ਕੇ ਤੂੰ ਅੰਧੇਰੇ ਵਿੱਚ ਹੈ, ਤੇ ਫਿਰ ਤੂੰ ਇਹ ਦੇਖ ਕਿ ਤੈਨੂੰ ਨਾਮ ਦੀ, ਤੈਨੂੰ ਲਾਈਟ ਦੀ ਲੋੜ ਹੈ। ਕਈ ਵਾਰੀ ਇਹ ਵੀ ਹੁੰਦਾ ਕਿ ਮੈਂ ਅੰਧੇਰੇ 'ਚ ਇੰਨਾ ਮਨੂਸ ਹੋ ਗਿਆ, I don't need any light. Then it's not my case. So predominantly ਮੈਨੂੰ ਪ੍ਰਿੰਸੈਸ ਤੋਂ ਬਾਹਰ ਰੱਖਣਾ ਪਏਗਾ ਕਿ I am in darkness, I need light. ਫਿਰ ਮੈਂ ਸੋਚਾਂਗਾ ਕਿ ਬਿਨ ਤੇਲ ਦੀਵਾ ਕਿਉਂ ਜਲੇ, ਫਿਰ ਮੇਰੇ ਤੇ ਆਏਗੀ ਅਪਲਾਈ ਐਪਲੀਕੇਬਿਲਿਟੀ। ਹੁਣ ਪਾਤਸ਼ਾਹ ਕਹਿੰਦੇ ਨੇ ਕਿ ਜੇ ਮੇਰੇ ਕੋਲ ਨਾਮ ਦਾ, ਸ਼ਬਦ ਦਾ, ਗੁਰਬਾਣੀ ਦਾ, ਤੇਰੀ ਹਜ਼ੂਰੀ ਦਾ, ਤੇਰੇ ਹੁਕਮ ਦਾ ਤੇਲ ਨਹੀਂ ਹੈਗਾ, ਮੈਂ ਕੀ ਬਾਲਾਂ ਤੇ ਕਿਹਦੇ 'ਚ ਬਾਲਾਂ? ਫਿਰ ਮੇਰੇ ਕੋਲ ਦੀਵਾ ਵੀ ਨਹੀਂ ਹੈਗਾ। ਦੀਵਾ ਕੀ ਹੈ? What is ਦੀਵਾ to me? Light. ਹਾਂਜੀ, ਸੌਰੀ, Light. ਹਾਂ ज्ञान ज्ञान ਹਾਂ, ਗਿਆਨ ਦੀਵਾ ਮੇਰਾ। ਪਰ ਗਿਆਨ ਦੇ ਨਾਲ ਉਹ ਗਿਆਨ ਹੁਣ ਜਦੋਂ ਹੋ ਜਾਣਾ, ਉਹ ਤੇ ਪ੍ਰੋਡਕਟ ਹੈ ਮੇਰੀ, ਪਰ ਉਹ ਦੀਵਾ ਜਿਹੜਾ ਵੈਸਲ ਹੈ ਉਹ ਕਿਹੜਾ ਹੈ? ਮੇਰਾ ਸਰੀਰ। ਮੇਰਾ ਸਰੀਰ, ਇੱਥੇ ਰੱਖ। ਮਾਈਸੈਲਫ, ਮੇਰਾ ਮਨ। ਇਹ ਦੋ ਚੀਜ਼ਾਂ ਮੈਨੂੰ ਬਹੁਤ ਜ਼ਰੂਰੀ ਨੇ। ਇਸ ਕਰਕੇ ਬਾਦਸ਼ਾਹ ਸਾਰੀ ਗੱਲ ਕਰਨਗੇ, ਮੈਨੂੰ ਸ਼ਬਦ ਚਾਹੀਦਾ ਹੈ, ਮੈਨੂੰ ਗੁਰਬਾਣੀ ਚਾਹੀਦੀ ਹੈ, ਪਰ ਉਸ ਤੋਂ ਪਹਿਲੇ ਮੈਨੂੰ ਮੇਰੀ ਵਿਲਫੁਲਨੈਸ ਵੀ ਤੇ ਚਾਹੀਦੀ ਹੈ। ਸੋ ਪਾਤਸ਼ਾਹ ਕਹਿੰਦੇ ਨੇ ਬਿਨ ਤੇਲ ਦੀਵਾ ਕਿਉਂ ਜਲੇ। ਹੁਣ ਇੱਥੋਂ ਮੇਰਾ ਮਸਲੇ ਹੱਥ ਸ਼ੁਰੂ ਹੁੰਦੀ ਹੈ। ਕਹਿੰਦੇ ਭਈ ਅਛਲ ਛਲਾਈ ਨਾ ਛਲ। ਹੁਣ ਅਛਲ ਕੌਣ ਹੈ? ਮੈਂ ਤੇ ਛਲਿਆ ਜਾਣਾ ਹਰ ਪਲ, ਮੈਂ ਤੇ ਅਛਲ ਹਾਂ ਨਹੀਂ। ਮੈਨੂੰ ਛਲਦਾ ਕੌਣ ਹੈ? ਰੱਬ ਤੇ ਮਾਂ ਕਿਉਂ ਛੱਲੇਗੀ ਮੈਨੂੰ? ਮਾਂ ਕਿਉਂ ਚਾਹੇਗੀ ਮੈਂ ਭੁਲੇਖੇ 'ਚ ਪਾਵਾਂ? Who is predominantly deceiving me all the time? ਮਾਇਆ ਹੀ ਆ। Yeah. ਤੇਰਾ Five. My. ਮਾਇਆ ਮੈਨੂੰ ਪ੍ਰਵਾਉਂਦੀ ਹੈ ਨਾ ਬਈ, ਮਾਇਆ ਛਲਦੀ ਹੈ, ਮਾਇਆ ਹੀ ਮੈਨੂੰ ਧੋਖੇ 'ਚ ਰੱਖਦੀ ਹੈ, ਮਾਇਆ ਦਾ ਹੀ ਭਰਮ ਹੈ ਸਾਰਾ। ਹੁਣ ਉਹ ਜਿਹੜੀ ਹੈ ਕਿਸੇ ਕੋਲੋਂ ਛੱਲੀ ਨਹੀਂ ਜਾ ਸਕਦੀ। ਮਾਇਆ ਸਾਰਿਆਂ ਨੂੰ ਛਲਦੀ ਹੈ, ਪਰ ਮਾਇਆ ਨੂੰ ਕੋਈ ਛਲ ਨਹੀਂ ਸਕਦਾ। ਹੈ ਨਾ ਅਮੇਜ਼ਿੰਗ? ਤੇ ਨਾ ਘਾਓ ਕਟਾਰਾ ਕਰ ਸਕੈ, ਤੇ ਹੁਣ ਕੋਈ ਵੀ ਕਟਾਰ ਜਿਹੜੀ ਹੈ ਉਹ ਘਾਓ ਨਹੀਂ ਲਾ ਸਕਦੀ। ਯਾਨੀ ਕਿ ਮਾਇਆ ਨੂੰ ਨਾ ਕੋਈ ਛੁਰੀ ਮਾਰ ਸਕਦਾ ਹੈ, ਨਾ ਉਹ ਛਲੀ ਜਾ ਸਕਦੀ ਹੈ। ਤੇ ਮਨ ਜਿਹੜਾ ਮੇਰਾ ਉਹ ਡੋਲ ਜਾਂਦਾ। ਲੋਭੀ ਕਾ ਜੀਉ ਟਲ ਪਲੈ, ਜਿਉ ਸਾਹਿਬ ਰਾਖੈ ਤਿਉ ਰਹੈ, ਇਸ ਲੋਭੀ ਕਾ ਜੀਉ ਟਲ ਪਲੈ। ਹੁਣ ਮਾਲਕ ਦੀ ਮਰਜ਼ੀ ਇਹੋ ਜਿਹੀ ਹੈ ਕਿ ਮੈਂ ਕੀ ਕਰਾਂ? ਉਹਦੀ ਨਿਯਮਾਵਲੀ, ਇੱਕ ਹੋਰ ਲਫ਼ਜ਼ ਆਪਾਂ ਨੋਟ ਕਰ ਛੱਡੀਏ, ਉਹਦਾ ਡਿਵਾਈਨ ਲਾਅ, ਨਿਯਮਾਵਲੀ, ਉਹਦਾ ਲਾਅ ਪ੍ਰੋਸੈਸ ਜਿਹੜਾ, ਉਹਦਾ ਕਨਸਟੀਟਿਊਸ਼ਨ, ਡਿਵਾਈਨ ਕਨਸਟੀਟਿਊਸ਼ਨ।
डिवाइन लॉ, कॉस्मिक लॉ, ਉਹਦੀ ਰਜ਼ਾਈ ਮਾਲਕ ਦੀ, ਉਹ ਕਹਿੰਦੇ ਹੁਕਮ ਰਜ਼ਾਈ ਚੱਲਣਾ ਕਿ ਜਿੱਥੇ ਲਾਈਟ ਨਹੀਂ ਹੈ ਉੱਥੇ ਮਾਇਆ ਹੈ। ਇਸ ਤਰ੍ਹਾਂ ਵੀ ਕਿਹਾ ਜਾਂਦਾ ਥਿਓਲੋਜੀਕਲੀ ਕਿ ਹਨੇਰਾ, ਡਾਰਕਨੈਸ ਜਿਹਨੂੰ ਕਹਿੰਦੇ ਆ, ਉਹ ਅਟਰ ਡਾਰਕਨੈਸ, ਹਨੇਰਾ ਪੈ ਗਿਆ, ਹਨੇਰਾ ਹੋ ਗਿਆ, ਤਾਰਾਂ ਖਰਾਬ ਹੋ ਗਈਆਂ, ਹਨੇਰਾ ਪੈ ਗਿਆ। ਐਕਚੁਅਲੀ ਜੇ ਮੈਂ ਉਹਨੂੰ ਇਦਾਂ ਕਵਾਂ ਭਈ ਉਹ ਰਿਟੋਰਿਕ ਹੋ ਜਾਏਗਾ ਕਿ ਲਾਈਟ ਨਹੀਂ ਸੀ ਹੈਗੀ। ਔਰ in the absentia of light is darkness. Is it okay to say? कोई गलत तो नहीं है ना? बजाय इसके कि मैं कहा हनेरा है बत्ती जगाओ, मैं कहना नहीं लाइट दी एबसेंट है, लाइट एबसेंट है, that means darkness है ना। पातशाह कहते हैं कि मालक दी रजा ही इहो जी है कि ये लोभी मन जिहड़ा है ना डोलदा है, टलपले खांदा है, वेवर करदा है। क्यों कि यह हनेरे च हुंदा है, माया दे विच फसिया हुंदा है, ते रब दी, ज्ञान दी, नाम दी, शब्द दी, हुक्म दी ਇਹਨੂੰ ਸੋਝੀ ਨਹੀਂ ਹੁੰਦੀ। ਹੁਣ ਮੈਂ ਸਿਰਫ ਇੱਥੇ ਇਹ ਐਸਟੈਬਲਿਸ਼ ਕਰ ਲਾਂ ਕਿ ਕੀ ਮੈਂ 17 ਸਾਲਾਂ ਦਾ ਹੋ ਗਿਆ ਤੇ ਕੀ ਮੈਨੂੰ ਨਾਮ ਦੀ ਸੋਝੀ ਹਾਲੇ ਤੱਕ ਨਹੀਂ ਹੈਗੀ, ਔਰ ਇਹ ਸੋਝੀ ਆਂਦੀ ਹੈ ਤੇ ਚਲੀ ਜਾਂਦੀ ਹੈ। ਸੋ ਯਕੀਨਨ ਇਹ ਨਹੀਂ ਹੈ ਕਿ ਮੈਨੂੰ ਪਤਾ ਨਹੀਂ ਹੈ, ਪਰ ਜਦੋਂ ਪਾਵਰ ਸ਼ਾਰਟੇਜ ਹੁੰਦੀ ਹੈ ਤੇ ਲਾਈਟ ਕੁਝ ਦੇਰ ਲਈ ਆਂਦੀ ਹੈ ਤੇ ਚਲੀ ਜਾਂਦੀ ਹੈ, ਆਂਦੀ ਹੈ। ਇਸੇ ਤਰ੍ਹਾਂ ਮੇਰੀ ਵਿਲਫੁਲਨੈਸ ਦੀ, ਮੇਰੀ ਅਵੇਅਰਨੈਸ ਦੀ ਸ਼ਾਰਟੇਜ ਇੰਨੀ ਹੋ ਜਾਂਦੀ ਹੈ ਕਿ ਮੇਰੇ ਕੋਲ ਲਾਈਟ ਆਂਦੀ, ਮੈਨੂੰ ਪਤਾ ਉਹ ਗਿਆਨ ਯਾਰ ਪੜ੍ਹਿਆ ਤੇ ਸੀਗਾ ਫਿਰ ਭੁੱਲ ਗਿਆ। ਜਿਸ ਤਰ੍ਹਾਂ ਹੁਣੇ ਆਪਾਂ ਦੇਖਿਆ ਵੀ ਕਿਹੜੇ 7 ਵਰਡਸ ਨੇ, ਸਾਰੇ ਆਪਣੇ ਆਪਣੇ ਕਾਗਜ਼ ਖੋਲੋ, ਉਹ ਕਿੱਥੇ ਲਿਖਿਆ ਸੀ, ਉਹ ਪਤਾ ਨਹੀਂ ਕਿਹੜੇ ਥਾਂ ਤੇ ਲਿਖਿਆ ਸੀ, ਕਿਹੜੇ ਪੇਜ ਤੇ ਲਿਖਿਆ ਸੀ, ਕਿੱਦਣ ਲਿਖਿਆ ਸੀ। ਕਿਉਂਕਿ ਇੱਕ ਵਾਰੀ ਜਿਹੜੀ ਚੀਜ਼ ਲਿਖ ਲਈ ਉਹਨੂੰ ਦੁਬਾਰਾ ਤੇ ਲਿਖਣਾ ਨਹੀਂ ਨਾ ਚਾਹੀਦਾ। ਤੇ ਮੈਨੂੰ ਇਹ ਹੈ ਜਿਹੜੀ ਚੀਜ਼ ਨੂੰ ਮੈਂ ਯਾਦ ਕਰਨਾ ਹੈ, ਜਿਹੜੇ ਸ਼ਬਦ ਨੂੰ ਮੈਂ ਨੋਟ ਕਰ ਰਿਹਾ ਉਹਦੇ ਵਿੱਚ ਜਿਹੜੇ ਰੈਫਰੈਂਸਸ ਆ ਰਹੇ ਨੇ ਮੈਂ ਦੁਬਾਰਾ ਨੋਟ ਕਰਾਂ, so that I don't have to go anywhere. So exactly ਇਦਾਂ ਹੀ ਹੁੰਦਾ ਹੈ ਕਿ ਜਦੋਂ ਮੇਰਾ ਮਨ ਹਨੇਰੇ ਵਿੱਚ ਹੈ ਨਾ ਤੇ ਮੇਰੇ ਕੋਲ ਲਾਈਟ ਦੀ ਅਣਹੋਂਦ ਹੈ, ਐਬਸੈਂਸ਼ੀਆ, ਤੇ ਉਸ ਵੇਲੇ ਇਹ ਮਾਇਆ ਜਿਹੜੀ ਹੈ ਨਾ ਇਹਨੂੰ ਮੈਂ ਛੱਲ ਨਹੀਂ ਸਕਦਾ। I cannot overpower. Despite me being son of Vaheguru Ji, close to Vaheguru Ji, awareness in the awareness of Vaheguru Ji, but I become in darkness. I cannot win over. I cannot subjugate the thoughts of Maya. I cannot kill it. I cannot nail it. ਇਹ ਭਾਸ਼ਾ ਕਹਿੰਦੇ ਨੇ ਜਿਉਂ ਸਾਹਿਬ ਰੱਖਿਆ ਤਿਉ ਰਹਿ। ਹੁਣ ਮੈਨੂੰ ਫੇਰ ਸਬਮਿਟ ਕਰਨਾ ਪੈਂਦਾ ਹੈ। I can't have it. I don't have a choice. ਬਿਨ ਤੇਲ ਦੀਵਾ ਕਿਉਂ ਜਲੇ ਭਾਈ, ਸੋਚ ਜਰਾ। ਹੁਣ ਇਹ ਮੈਨੂੰ ਕਹਿਣਾ ਪੈਂਦਾ ਕਿ ਤੇਰੀ ਰਜ਼ਾ ਹੈ, ਮਾਫ ਕਰਨਾ, ਕਿਉਂਕਿ ਮੇਰਾ ਵਸ ਨਹੀਂ ਚੱਲਦਾ। ਮੈਂ ਕਹਿੰਦਾ ਅੱਛਾ ਚੱਲ ਜਿੱਦਾਂ ਤੇਰੀ ਰਜ਼ਾ ਹੈ। ਪਰ ਮੈਂ ਘਰ ਚ ਆਇਆ, ਇਟਸ ਡਾਰਕਨੈਸ, ਰਾਤੀ ਆਇਆ 9 ਵਜੇ, ਉਹਦੀ ਰਜ਼ਾ ਹੈ, ਚਲੋ ਮੈਂ ਆ ਗਿਆ, ਉਹ ਬੱਤੀ ਆਪੇ ਜਗਾ ਦੇਗਾ। ਉਹ we have talked about it, ਮੈਨੂੰ ਬੱਤੀ ਜਗਾਣੀ ਪੈਣੀ ਹੈ। ਪਰ ਮੈਂ ਇੱਥੇ ਕੀ ਕਰਦਾ, ਅੱਛਾ ਚਲੋ ਜਿਵੇਂ ਰੱਬ ਦੀ ਰਜ਼ਾ ਹੈ, ਮੈਂ ਤੇ ਮਾਇਆ ਨੂੰ ਮਾਰ ਨਹੀਂ ਸਕਦਾ, ਮੈਂ ਤੇ ਇਹਨੂੰ ਢਾਹ ਨਹੀਂ ਸਕਦਾ,
मैं ते इहदे नाल मुकाबला नहीं कर, मैं ते अल्पग आना जी, मैं ते कमजोर आना जी, माइकी किरम आना जी, अपने आप नूं थोड़े जे तिरस्कारयोग डिप्लोरेबल वर्ड्स यूज करके ते आई सबमिट। पर मैनू ध्यान करना है कि ज्यों साहेब राखै त्यों रहै, इस लोभी का जियो टल पलै। ਹੁਣ ਜੇ ਕਿਧਰੇ ਮੇਰੇ ਨੂੰ ਇੱਥੇ ਆ ਜਾਏ ਯਾਰ ਤਾਂ ਕੀ ਹੋਇਆ, ਮਾਰ ਜਰਾ ਇੱਕ ਵਾਰੀ, ਲੱਭ ਤੇ ਸਹੀ ਸਵਿਚ ਕਿੱਥੇ ਹੈਗਾ, ਉਹ ਦੇਖ ਤੇ ਸਹੀ ਕਿੱਥੇ ਸੀਗੇ 7 ਲਫ਼ਜ਼, ਉਹ ਦੇਖ ਤੇ ਸਹੀ ਤੇਰੇ ਚ ਹਨੇਰਾ ਕਿੰਨਾ ਕੁ ਹੈ, ਦੇਖ ਤੇ ਸਹੀ ਚਾਨਣਾ ਹੋ ਜਾਏਗਾ। ਲੈ ਏਡਾ ਵੱਡਾ ਰੱਬ ਹੈ, ਸਾਰੀ ਗੇਮ ਫਲਿਪ ਹੋ ਜਾਏਗੀ। ਜਨ ਨਾਨਕ ਹੁਣੇ ਪੜਿਆ ਸੀ ਅਸੀਂ, ਜਨ ਨਾਨਕ ਗੁਰਮੁਖ ਜੋ ਨਰ ਖੇਲੈ ਸੋ ਜਿਣ ਬਾਜੀ ਕਰਾ। गेम जित्ती जाएगी, इनू मार भी सकांगा माया नू, इनू ढा भी लवांगा, यदि नेरे चों भी निकल जावांगा। द नीड इज विलफुलनेस। अगे फिर दूसरा जिहड़ा रहाओ है ਉਹਦੇ ਚ ਕਹਿੰਦੇ ਨੇ ਭਈ ਇਹ ਤੇਲ ਦੀਵਾ ਇਉਂ, ਇਹਦਾ ਜਵਾਬ ਹੈ। ਪਹਿਲਾ ਜਵਾਬ ਸਵਾਲ ਸੀ ਬਿਨ ਤੇਲ ਦੀਵਾ ਕਿਉਂ ਜਲੈ, ਹੁਣ ਇਹ ਤੇਲ ਦੀਵਾ ਇਉਂ ਜਲੈ ਤੇ ਕਰ ਚਾਨਣ ਸਾਹਿਬ ਤੋਂ ਮਿਲੈ। ਜਿਹੜੀਆਂ ਗੱਲਾਂ ਅਸੀਂ ਕਰ ਰਹੇ ਪੁੱਤਰ, ਇਹ ਦੀਵਾ ਬਲ ਜਾਏਗਾ ਹੀ, ਤੂੰ ਸਿਰਫ ਚਾਨਣ ਕਰ ਕਾਹਦਾ, ਨਾਮ ਦਾ, ਗੁਰਬਾਣੀ ਦਾ, ਹੁਕਮ ਦਾ, ਗਿਆਨ ਦਾ। ਤੂੰ ਸਿਰਫ ਚਾਨਣ ਕਰ, ਐਨਲਾਈਟਨ ਕਰ, ਲਿਟ that candle inside you, awareness ਚ ਰਹਿ ਤੇ ਕਰ ਚਾਨਣ ਸਾਹਿਬ ਤੋਂ ਮਿਲ। ਤੂੰ ਚਾਨਣ ਕਰ ਸਹੀ, ਮਾਲਕ ਤੇ ਆਇਆ ਖੜੋਤਾ, ਉਹ ਤੇ ਉੱਥੇ ਹੀ ਖੜੋਤਾ ਹੈ। ਉਹ ਕਹਿੰਦਾ ਮੈਂ ਦੇਖਾਂ ਸਹੀ ਇਹਦੀ ਵਿਲਫੁਲਨੈਸ ਵੀ ਹੈਗੀ ਹੈ ਕਿ ਨਹੀਂ, ਕਿ ਢਿੱਗੀ ਢਾ ਕੇ ਬਹਿ ਗਿਆ, ਚਲੋ ਜੀ ਠੀਕ ਹੈ ਫਿਰ ਜੋ ਰੱਬ ਕਰੇਗਾ ਤੇ ਠੀਕ ਆ। ਉਹ ਕਹਿੰਦਾ ਜਾ ਦਫਾ ਹੋ, ਤੂੰ ਸਾਰੀ ਉਮਰ ਹੀ ਰੋਂਦਾ ਰਹੋ। ਤੇ ਜਿਹੜਾ ਮਾੜਾ ਮੋਟਾ ਕੋਈ ਅਲਪੱਗ, ਕੋਈ ਲੂਲਾ, ਕੋਈ ਲੰਗੜਾ ਮਾੜਾ ਮੋਟਾ ਤੁਰਨ ਦੀ ਕੋਸ਼ਿਸ਼ ਕਰਦਾ, ਰੱਬ ਉਹਨੂੰ ਬਚਾ ਦਿੰਦਾ। ਪੜਦੇ ਆ ਨਾ ਅਸੀਂ, ਪਿੰਗਲ ਪਰਬਤ ਪਾਰ ਪਰੇ, ਖਲ ਚਤੁਰ ਬਕੀਤਾ। ਪਿੰਗਲ ਜਿਹੜਾ ਪਿੰਗਲਾ ਸੀਗਾ, ਉਹ ਮਾਨੋ ਪਹਾੜ ਪਾਰ ਕਰ ਸਕਦਾ ਹੈ। ਮੂਰਖ ਜਿਹੜਾ ਏ, ਨਹੀਂ ਜੀ ਮੈਨੂੰ ਨਹੀਂ ਆਉਂਦਾ, ਕਿਉਂ ਕਿ ਮੈਨੂੰ ਉਹਦਾ ਯਕੀਨ ਹੀ ਨਹੀਂ ਹੈ, ਮੈਂ ਉਹ ਲਾਈਟ ਬਾਲੀ ਨਹੀਂ ਹੋਈ ਉਹਦੀ ਅਵੇਅਰਨੈਸ ਦੀ। ਹੁਣ ਕੀ ਹੋ ਜਾਏਗਾ, ਮੈਂ ਵੀ ਤਾਂ ਸ਼ੁਰੂ ਹੋ ਗਿਆ ਤਾਂ ਕੀ ਹੈ, ਜੇ ਮਾੜਾ ਗਲਤ ਹੋ ਜਾਏਗਾ ਤਾਂ ਕੀ ਹੈ, ਜੇ ਠੀਕ ਹੋ ਜਾਏਗਾ ਤੇ ਤਾਂ ਕੀ, ਮੈਂ ਕੌਣ ਆ। ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਖਲ ਚਤੁਰ ਬਕੀਤਾ, ਮੂਰਖ ਬੰਦਾ ਜਿਹੜਾ ਉਹਨੂੰ ਤੂੰ ਸਿਆਣਾ ਬਣਾ ਕੇ ਔਰੇਟਰ ਬਣਾ ਦਿੰਦਾ ਹੈ। ਅੰਧਲੇ ਅੰਧੁਲੇ ਤ੍ਰਿਭਵਨ ਸੂਝਿਆ, ਅੰਨਾ ਸੀਗਾ, ਉਹਨੂੰ ਸਾਰੀ ਸ੍ਰਿਸ਼ਟੀ ਨਜ਼ਰ ਆ ਗਈ। ਤੇਰੇ ਗਿਆਨ ਤੋਂ ਅੰਨਾ ਸੀ, ਉਹਨੂੰ ਇੰਨਾ ਗਿਆਨ ਦੇ ਦਿੱਤਾ। ਗੁਰ ਭੇਟ ਪੁਨੀਤਾ, ਗੁਰੂ ਨੂੰ ਭੇਟਿਆ ਤੇ ਉਪਨੀਤ ਹੋ ਗਿਆ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ। ਕਿੰਨੇ ਵਜਤ ਵਿੱਚ ਗਾਣੇ ਆ, ਸੁਣਨੇ ਜਦੋਂ ਸ਼ਬਦ ਕੋਈ ਕਵੇ ਐ ਸੁਣਿਆ ਹੋਇਆ, ਐ ਪੜਿਆ ਹੋਇਆ ਮੈਂ, ਓਏ ਉਸ ਪੜੇ ਦਾ ਕੀ ਫਾਇਦਾ ਜੇ ਉਸ ਵੇਲੇ ਲੋੜ ਪਈ ਹਨੇਰੇ ਦੇ ਵਿੱਚ ਤੈਨੂੰ ਬਟਨ ਨਹੀਂ ਨਜ਼ਰ ਆਇਆ। ਕਰ ਚਾਨਣ ਸਾਹਿਬ ਤਾਉ ਮਿਲੈ ਰਹਾਓ। ਹੁਣ ਇਹਦੇ ਚ ਕਿੱਦਾਂ ਸਮਝਾਉਂਦੇ ਨੇ ਮੇਰੇ ਮਾਲਕ, ਕਹਿੰਦੇ ਭਈ ਪੋਥੀ ਪੁਰਾਣ ਕਮਾਈ ਐਲ, ਕੀ ਕਰ ਭਾਈ, ਆਪਣੇ ਗੁਰੂ ਗ੍ਰੰਥ ਸਾਹਿਬ ਦਾ, ਆਪਣੀ ਗੁਰਬਾਣੀ ਦਾ, ਉਹਨੂੰ ਕਮਾਈ ਕਰ। ਕਮਾਈ ਕਿਵੇਂ ਕਰੀਦੀ ਹੈ, we all know it by now, in so many years we all know it। ਅਸੀਂ ਪਹਿਲੇ ਪੜ੍ਹਨਾ, ਫਿਰ ਉਹਨੂੰ ਸਮਝਣਾ, ਫਿਰ ਉਹਨੂੰ ਆਪਣੇ ਅੰਦਰ ਵਸਾਉਣਾ ਹੈ। ਤਸਾਉਣਾ, ਵਸਾਉਣਾ ਤੇ ਰਸਾਉਣਾ ਯਾਦ ਰਵੇ। then the motive is amalgamation। ਤੇ ਫਿਰ ਆਪੇ ਰਸ ਗਿਆ।
ਜਦੋਂ ਮੈਂ ਪੜਿਆ, ਅਸੀਂ ਜਪਜੀ ਚ ਪੜ੍ਹ ਆਏ ਹੋਏ ਆ, ਗਾਵੀਐ ਸੁਣੀਐ ਮਨ ਰੱਖੀਐ ਭਾਵ, ਸੁਣਿਆ ਮੰਨਿਆ ਮਨ ਕੀਤਾ ਭਾਵ। ਇਹ ਕਰਕੇ ਪੋਥੀ ਪੁਰਾਣ ਕਮਾਈ ਹੈ, ਉਹਦੀ ਕਮਾਈ ਕਰੀਏ। ਨਿਰਾ ਪੜਿਆ ਨਹੀਂ, ਨਿਰਾ ਅਰਥਾਇਆ ਨਹੀਂ, ਉਹਨੂੰ ਆਪਣੇ ਜੀਵਨ ਦਾ ਅੰਗ ਬਣਾ ਲਿਆ, ਪਾਰਟ ਆਫ ਲਾਈਫ। ਜਿਸ ਤਰ੍ਹਾਂ ਮੈਨੂੰ ਕੰਮਾਂ ਕਾਰਾਂ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ ਤੇ ਆਈ ਸੇ ਓ ਇਟਸ ਅ ਪਾਰਟ ਆਫ ਲਾਈਫ। ਇਸੇ ਤਰ੍ਹਾਂ ਪੋਥੀ ਪੁਰਾਣ ਵੀ ਜਿਹੜਾ ਇਟ ਸ਼ੁੱਡ ਬੀ ਮਾਈ ਪਾਰਟ ਆਫ ਲਾਈਫ। ਭਾਉ ਵੱਟੀ ਇਤ ਤਨ ਪਾਈ ਹੈ। ਹੁਣ ਭਾਉ ਜਿੰਨਾ ਭਾਉ ਤਿਨ ਨਾਹੇ ਭਾਉ ਤੇ ਮੁੱਚ ਭਾਉ ਨੇ ਭਵਿਆ, ਇੰਨੀ ਵਾਰੀ ਪੜ ਬੈਠੇ ਹਾਂ। ਤੇਰਾ ਡਰ ਜਿਹੜਾ ਹੈ ਉਹ ਇਸ ਤੇਰੇ ਡਰ ਦੀ ਮੈਂ ਵੱਟੀ ਬਣਾਵਾਂ। ਗਿਆਨ ਪੋਥੀਆਂ ਦਾ ਹੋਵੇ, ਗਿਆਨ ਮੇਰੇ ਕੋਲ ਗੁਰਬਾਣੀ ਦਾ ਹੋਵੇ, ਅਵੇਅਰਨੈਸ ਗੁਰਬਾਣੀ ਦੀ ਹੋਵੇ। ਜਿਹੜਾ ਨਾ ਮਨ ਕੁੰਚਰ ਤੇ ਪੀਲਕ ਗੁਰੂ ਤੇ ਗਿਆਨ ਕੁੰਡਾ ਤੇ ਜੈ ਖਿੰਚੈ ਤਾ ਜਾਏ। ਇਹਦੇ ਚ 3 ਸਿੰਬੋਲਿਜ਼ਮ ਨੇ। ਮਨ ਮੇਰਾ ਹਾਥੀ ਬੜਾ ਤਾਕਤਵਰ ਹੁੰਦਾ ਹੈ, ਅਮੋੜ ਹੁੰਦਾ ਹੈ, ਜਿੱਧਰ ਜਾਵੇ ਜਾਈ ਜਾਂਦਾ ਹੈ। ਕੁੰਚਰ ਉਹਦਾ ਜਿਹੜਾ ਮਾਹੂਟ ਹੈ ਉਹ ਗੁਰੂ ਹੋਵੇ, ਤੇ ਗੁਰੂ ਦੇ ਕੋਲ ਗੁਰੂ ਕਿੱਦਾਂ ਉਹਨੂੰ ਹਾਥੀ ਨੂੰ ਡਾਇਰੈਕਸ਼ਨਾਂ ਦਿੰਦਾ ਹੈ, ਸਟੀਅਰ ਕਰਦਾ ਹੈ, ਐਂਕਸ ਦੇ ਨਾਲ। ਮਜ਼ੇ ਦੀ ਗੱਲ ਹੈ, ਜਿਹੜੇ ਇਹਦੇ ਚ ਜਿਹੜੇ ਲਫ਼ਜ਼ ਨੇ ਮਾਹੂਟ ਤੇ ਐਂਕਸ, ਇਹ ਸਾਰੇ ਪੰਜਾਬੀ ਦੇ ਸੇਮ ਵਰਡਸ ਨੇ ਵੋਕੈਬਲਰੀ ਵਾਈਜ਼। ਸੋ ਗਿਆਨ ਦਾ ਗੁਰੂ ਦੇ ਕੋਲ ਅੰਕਸ ਹੈ। ਮਨ ਮੇਰਾ ਹਾਥੀ ਹੈ, ਜੈ ਖਿੰਚੈ ਤਾ ਜਾਏ। ਗੁਰੂ ਜਿੱਧਰ ਗਿਆਨ ਦੇ ਦੇਵੇ, ਮੈਨੂੰ ਗੁਰੂ ਦਾ ਗਿਆਨ ਆ ਜਾਏ ਤੇ ਮੈਂ ਆਪਣੇ ਮਨ ਨੂੰ ਮੋੜ ਸਕਦਾ। That's the bottom line. ਨਾਨਕ ਅਦਰਵਾਈਜ਼ ਨਾਨਕ ਹਸਤੀ ਕੁੰਡੇ ਬਾਹਰਾ। ਅਦਰਵਾਈਜ਼ ਇਹ ਮਨ ਗਿਆਨ ਤੋਂ ਬਗੈਰ ਹੋਵੇ ਤੇ ਫਿਰ ਉਜੜ ਪਾਏ, ਫਿਰ ਇਹ ਔਜੜਾਂ ਚ ਪਿਆ ਰਹਿੰਦਾ, ਫਿਰ ਇਹ ਆਈਨੈਸ ਤੇ ਅਦਰਨੈਸ ਦੇ ਵਿੱਚ ਰਹਿੰਦਾ, ਵਨਨੈਸ ਚ ਨਹੀਂ ਆਉਂਦਾ। ਸੋ ਕਹਿੰਦੇ ਵੀ ਪੋਥੀ ਪੁਰਾਣ ਕਮਾਈਏ, ਗੁਰੂ ਦਾ ਗਿਆਨ ਦੀ ਕਮਾਈ ਕਰਾਂ ਜੇ ਮੈਂ, ਤੇ ਭਾਉ ਵੱਟੀ ਇਤ ਤਨ ਪਾਈ ਹੈ। ਦੀਵਾ ਆ ਗਿਆ ਨਾ, ਤਨ ਦੇ ਦੀਵੇ ਦੇ ਵਿੱਚ ਵੱਟੀ ਜਿਹੜੀ ਹੈ ਭਾਉ ਦੀ ਉਹ ਕੀ ਕਹਿੰਦੇ ਉਹਨੂੰ, ਵੱਟੀ ਨੂੰ ਜਿਹੜੀ ਵਿਕ ਹੁੰਦੀ ਹੈ, ਵਿਕਸ, ਉਹਦੀ ਮੈਂ ਵਿਕ ਬਣਾ, ਤੇਰੇ ਡਰ ਦੀ ਮੈਂ ਵਿਕ ਬਣਾਵਾਂ ਤੇ ਉਹ ਮੈਂ ਇਸ ਦੀਵੇ ਚ ਪਾ ਦਿਆਂ, ਤੇ ਸੱਚ ਬੂਝਣ ਆਨ ਜਲਾਈਏ। ਤੀਲੀ ਕਿਹਦੀ ਲਾਵਾਂ? ਸੱਚ ਦੀ। ਸੱਚ ਨੂੰ ਸਮਝਣਾ, ਅੰਡਰਸਟੈਂਡ ਕਰਨਾ, ਐਸਿਮਿਲੇਟ ਕਰਨਾ। ਅਸੀਂ ਸਾਰੇ ਅੰਡਰਸਟੈਂਡ ਕਰਦੇ ਹਾਂ ਪਰ ਐਸਿਮਿਲੇਟ ਨਹੀਂ ਕਰਦੇ। ਸੋ ਇਹ ਜਿਹੜਾ ਡਰ ਹੈ, ਇਹ ਹੋਵੇ ਤੇਲ ਤੇ ਇਹਦੀ ਹੋਵੇ ਵੱਟੀ, ਤੇ ਇਹ ਮੈਂ ਤੇਲ ਚ ਪਾ ਦਿਆਂ, ਤੇ ਫਿਰ ਗਿਆਨ ਜਿਹੜਾ ਉਹ ਮੇਰੇ ਕੋਲ ਹੋਵੇ। ਜਿਹੜਾ ਗਿਆਨ ਹੈ ਉਹਨੂੰ ਬਾਲਣਾ, ਮੈਂ ਖਿਆਲ ਰਵੇ। ਸੋ ਜਿਹੜਾ ਗੁਰਬਾਣੀ ਹੈ, ਜਿਹੜਾ ਹੁਕਮ ਹੈ, ਜਿਹੜਾ ਸ਼ਬਦ ਹੈ, ਜਿਹੜਾ ਗਿਆਨ ਹੈ, ਉਹ ਮੇਰੇ ਤੇਲ ਦਾ ਕੰਮ ਕਰੇਗਾ। ਸਰੀਰ ਮੇਰਾ ਦੀਵਾ ਹੋਏਗਾ ਤੇ ਦਰ ਤੇਰਾ ਵੱਟੀ ਹੋਏਗਾ। ਇਮੈਜਿਨ ਕਰਾਂ,
जे इस तरह तेल जल जाए ते फिर सच नू हर वेले मैं एसिमिलेट करन दी लई तैयार हो। ट्रुथफुलनेस, सचो उरे सब को ऊपर सच अचार ते सच बूझण आण। फिर मैं बाल दिया ना जे दी बत्ती शरीर दे ओदे च दीवे च डर पा के ते ज्ञान दी वट्टी च ज्ञान दे तेल च इमेजिन ते ये तेल दीवा है। बिन तेल दीवा क्यों जले? अछल छलाई ना चले, न घाव कटारा कर सके। क्यों? कि मैं माया च गलतान हाँ। मैं ज्ञान लिया, मैं ओदे डर च आया, दीवा बालता, दीवा बले अंधेरा जाए। इट्स ऑटोमेशन। मालक कहंदा दीवा बलेगा हनेरा जाएगा। हनेरे दी होंद ही नहीं हैगी अपनी। एक्चुअली लाइट दी एबसेंशिया जिहड़ी है, एबसेंस जिहड़ी है, वो मेरे को हनेरा है। मैं सोचा मैं सारी उम्र हनेरा ढोया। मेरे वर्गे सीगे 4 दोस्त, उन्हां नूं ज्ञान दा नहीं सी पता। वो कहंदे भी ये हनेरा कित्थों हो गया है? शाम पै गई ते हनेरा पै गया है ते अटर डार्कनेस हो गई, मस्या दी रात हो गई है। ते कहंदे इदां करदे आ, किधरों बाहरों आ गया, जिद्दां बदल आंदा है ना, ते चलो 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 बाल्टियां भरो ते इहनूं ढोवो ते इहनूं ढो ढो के बाहर सुट्टी जाइए। ਇਹ ਗੱਲ ਨੂੰ ਗੌਰ ਦੇ ਨਾਲ ਸੁਣਨਾ ਤੇ ਜ਼ੇਰੇ ਨਸ਼ੀਨ ਕਰਨਾ ਪਲੀਜ਼। ਤੇ ਉਹ ਸਾਰੀ ਰਾਤ ਹਨੇਰਾ ਢੋਈ ਗਏ, ਬਾਲਟੀ ਭਰੀ ਜਾਣ ਤੇ ਬਾਹਰ ਸੁੱਟੀ ਜਾਣ, ਬਾਲਟੀ ਭਰੀ ਜਾਣ ਬਾਹਰ ਸੁੱਟੀ ਜਾਣ। ਇਹਨਾਂ ਨੂੰ ਸਵੇਰੇ ਚਾਨਣਾ ਹੋਏ, ਕਹਿੰਦੇ ਲੈ ਬਈ ਮੋਰਚਾ ਫਤਿਹ ਹੋ ਗਿਆ, ਅਸੀਂ ਸਾਰਾ ਹਨੇਰਾ ਢੋ ਦਿੱਤਾ। ਕਿਧਰੇ ਮੇਰਾ ਵੀ ਗਿਆਨ ਇਹੋ ਜਿਹਾ ਤੇ ਨਹੀਂ? ਮੈਂ ਸਾਰੀ ਉਮਰ ਹਨੇਰਾ ਢੋਂਦਾ ਰਿਹਾ। ਬਾਣੀ ਪੜ੍ਹੀ ਹੈ? कोई नहीं पढ़ी, नेरा ढोलिया। बाणी समझ लईए, अमलाई कोई नहीं, नेरा ढोया। अमलान लगा ते जीवन दा पार्ट नहीं बनाया, हनेरा ढोया। साडे चों कई ने जिहड़े हनेरा ढोंदे ने, मेरे वर्गे। ते जे हनेरा ढोना है ते भाई ये दीवा इदां नहीं जे बलना, ये तेल दीवा इउं जलदा। कर चानण साहिब ताओ मिले, मालक मिल जाएगा ही। तू चानन कर लै। हुण फिर लास्ट फिर एक होर जिहड़ा विच दुनिया सेव कमाई है, नहीं सॉरी 2 ही ने, आई थॉट के 3 ने, माय बैड, नहीं 2 ही ने। 2 ही ने, सॉरी। हाँ जी, एक रक्स है फिर अगे। इत तन लागै बाणियां। हुण गुरबाणी जिहड़ी है ना, वो जे मेरे शरीर जिदा कहते दवाई खाधी, यह दवाई लग गई है मैं, या यह आदत लग गई है मेरे शरीर, दोवें गल्लां। इस तन नूं जे बाणी दी आदत पै जाए, मतलब जे बाणी मेरे ते असर करना शुरू कर दवे, ते फिर मैं हनेरा ते नहीं ना ढोआंगा। ते सुख होवे सेव कमाणियां, फिर मैं ओदी सेवा करांगा। ख्याल रहे कि सेवा जिहड़ी है मैनू संतोख तो बगैर, सबर शुकर तो बगैर, सेव कीती संतोखी जिन सच्चो सच ध्याया। यह लोड़ है मेरी। उन्हीं मंदे पैर जिन्हां नूं फेरे आ गई सेवा करनी, ओदी याद दे विच जुड़ना आ गया, कंसिस्टेंसी आ गई। उन्हीं मंदे पैर ना रखे उन कर सुकृत कर्म कमाया। होर की हुंदा फिर? एम आई रेडी फॉर दैट? उन्हीं दुनिया तोड़े बंधना। उन्होंने मायावी शैकल्स जिहड़े है वो तोड़े है। ते असीं समझदे हां अन्न पानी थोड़ा खाया दा मतलब है कि डाइटिंग कर लो। लोड़ है मैनू सारी बाणी दे ज्ञान नूं लैण दी, जिथे जिथे भी मिले। इत तन लागे बाणियां सुख होवे सेव कमाणियां, सब दुनिया आवन जानी।
ਹੁਣ ਚਾਹੇ ਉਹ ਬਾਹਰ ਦੀ ਦੁਨੀਆ ਹੈ, ਜੋ ਉਪਜਿਓ ਸੋ ਬਿਨਸ ਹੈ ਪਰਿਓ ਆਜ ਕੇ ਕਾਲ। ਜੇ ਮੇਰੇ ਅੰਦਰ ਦੀ ਦੁਨੀਆ ਹੈ ਤੇ ਥਾਟ ਪ੍ਰੋਸੈਸ ਦੀ ਹੈ, ਥਾਟ ਮੇਰਾ ਕੋਈ ਨਿਚਲ ਰਹਿੰਦਾ ਹੀ ਨਹੀਂ, ਕਿਉਂਕਿ ਮੈਨੂੰ ਸਮਝ ਹੀ ਨਹੀਂ ਹੈਗੀ ਅਵੇਅਰਨੈਸ ਜੀਣ ਦੀ, ਨਾ ਮੇਰੇ ਕੋਲ ਗਿਆਨ ਦਾ ਅੰਕੁਸ਼ ਹੈਗਾ। ਸੋ ਇਸ ਕਰਕੇ ਮੈਂ ਡੱਕੋ ਡੋਲੇ ਖਾਂਦਾ ਰਹਿਣਾ। ਪਾਤਸ਼ਾਹ ਕਹਿੰਦੇ ਨੇ, ਤਨ ਲਾਗੈ ਬਾਣੀਆਂ, ਸੁਖ ਹੋਵੈ ਸੇਵ ਕਮਾਣੀਆਂ, ਸਭ ਦੁਨੀਆ ਆਵਣ ਜਾਣੀਆਂ। ਪਰ what is needed, ਵਿੱਚ ਦੁਨੀਆ ਸੇਵ ਕਮਾਈ ਹੈ। ਖਿਆਲ ਰਹੇ, ਅੱਗੇ ਬੇਨਤੀ ਕੀਤੀ ਹੋਈ ਹੈ, ਸੇਵ ਸੇਵਾ ਤੋਂ ਵੀ ਹੈ, ਤੇ ਸਭ ਤੋਂ ਵੱਡੀ ਸੇਵਾ ਜਿਹੜੀ ਹੈ ਉਹ ਸਿਮਰਨ ਹੈ, ਉਹਦੀ ਯਾਦ। ਹਰ ਕੀ ਸੇਵਾ ਕਰ ਪਿਰਾ ਜਿਓ, ਹਰ ਨਾਮ ਧਿਆਏ। ਨਾਮ ਨੂੰ ਧਿਆਉਣ ਦੀ ਸੇਵਾ ਜਿਹੜੀ ਹੈ ਸਭ ਤੋਂ ਵੱਡੀ ਹੈ। ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ, ਹਰ ਮੇਰੀ ਕਥਾ ਕਹਾਣੀ ਜੀ, ਗੁਰਪ੍ਰਸਾਦ ਮੇਰਾ ਮਨ ਭੀਨੈ, ਇਹ ਸੇਵ ਬਣੀ ਜੀ। ਜੇ ਮੇਰਾ ਮਨ ਭਿੱਜਿਆ ਨਹੀਂ ਤੇ ਮੈਂ ਹਾਲੇ ਸੇਵਾ ਨਹੀਂ ਜੇ ਕੀਤੀ। ਸੋ ਇਹ ਜਿਹੜੀਆਂ ਬਾਕੀ ਸੇਵਾਵਾਂ ਨੇ, ਜਿਹੜੀਆਂ ਸਰੀਰਕ ਤਲ ਤੇ ਸੇਵਾ, ਅਸਲੀ ਸੇਵਾ ਮਨ ਕਰਕੇ ਕਰਨੀ ਹੈ, ਯਾਦ ਦੇ ਵਿੱਚ ਜੁੜਨਾ। ਜਿਹੜੀਆਂ ਸਰੀਰਕ ਤਲ ਤੇ ਸੇਵਾ ਨੇ, ਇਹ ਆਪਣੀ ਹਉਮੈ ਨੂੰ ਨੀਵਾਂ ਲਿਆਉਣ ਦੇ ਲਈ। ਜੇ ਮੇਰੀ ਹਉਮੈ ਨੀਵੇਂ ਨਹੀਂ ਆਂਦੀ ਤੇ ਮੈਂ ਮਾਨਸਿਕ ਤਲ ਤੇ ਸੇਵਾ ਨਹੀਂ ਕਰ ਸਕਦਾ, ਮਾਈਂਡ ਯੂ। ਸੋ ਦੋਵੇਂ ਚੀਜ਼ਾਂ ਮੇਰੇ ਲਈ ਜ਼ਰੂਰੀ ਨੇ। ਪਰ ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਾਹ ਵੈਸਣ ਪਾਈ। ਹੁਣ ਜੇ ਮੈਂ ਦੁਨੀਆ 'ਚ ਸੇਵ ਕਰ, ਇੱਥੇ ਆਲੇ ਦੁਆਲੇ 'ਚ ਮਿੱਠਾ ਬੋਲਣ ਤੇ ਨਿਭ ਚੱਲਣ, ਪੈਰੀਂ ਪੈ ਪਾ ਖਾਕ ਹੋਏ, ਤੇ ਫਿਰ ਮੈਂ ਉਹਦੀ ਦਰਗਾਹ ਦੇ ਵਿੱਚ, ਉਹਦੀ ਹਜ਼ੂਰੀ ਦੇ ਵਿੱਚ ਮੈਨੂੰ ਬੈਸਣ ਮਿਲ ਜਾਂਦਾ, ਮੈਨੂੰ ਆਸਣ ਮਿਲ ਜਾਂਦਾ, ਮੈਨੂੰ ਬਹਿਣ ਨੂੰ ਮਿਲ ਜਾਂਦਾ, ਮੈਨੂੰ ਸੀਟ ਮਿਲ ਜਾਂਦੀ, ਜਗ੍ਹਾ ਮਿਲ ਜਾਂਦੀ ਹੈ ਉਹਦੀ ਨਜ਼ਰੇ ਕਰਮ ਦੇ ਵਿੱਚ, ਉਹਦੀ ਅਵੇਅਰਨੈਸ ਦੇ ਵਿੱਚ। ਤੇ ਜੇ ਇਹੋ ਜਿਹੀ ਗੱਲ ਹੋ ਜਾਏ, ਇਹ ਗੱਲ ਬੜੀ ਵਧੀਆ ਹੈ, ਸਾਡੇ ਕਲਚਰ ਤੋਂ ਆਈ ਹੈ, ਕਹੋ ਨਾਨਕ ਬਾਂਹ ਲੁਡਾਈ ਹੈ। ਜਦੋਂ ਭੰਗੜੇ ਦੇ ਵਿੱਚ ਕੋਈ ਬਹੁਤ ਖੁਸ਼ ਹੁੰਦਾ ਹੈ ਤੇ ਉਹਦੇ 'ਚ ਇੱਕ ਸਟੈਪ ਹੁੰਦਾ ਲੁੱਡੀ ਪਾਉਣਾ। ਲੁੱਡੀ ਕਦੀ ਥੱਲੇ ਹੱਥ ਰੱਖ ਕੇ ਨਹੀਂ ਪੈਂਦੀ, ਲੁੱਡੀ ਏਦਾਂ ਪੈਂਦੀ, ਨਾਲ ਮੋਢੇ ਹਿਲਦੇ ਆ, ਸਾਰਾ ਸਰੀਰ ਹਿਲਦਾ ਹੈ। ਕੋਈ ਮੇਰੇ ਵਰਗਾ ਮੋਟਾ ਹੈ ਉਹ ਵੀ ਨੱਚ ਲੈਂਦਾ ਹੈ, ਕੋਈ ਪਤਲਾ ਹੈਗਾ ਉਹ ਵੀ ਨੱਚ ਲੈਂਦਾ ਹੈ। ਬਾਂਹ ਲੁਡਾਈਏ ਮਤਲਬ ਬਾਂਹ ਉੱਚੀ ਕਰਕੇ ਲੁੱਡੀ ਪਾਉਂਦੇ ਹੋਏ ਜਾਈਏ। ਇੰਨੀ ਵੱਡੀ ਕੈਫੀਅਤ ਦੇ ਮਾਲਕ ਬਣਾ ਸਕਦਾ ਹੈ ਜੇ ਇਤ ਤਨ ਲੱਗੇ ਬਾਣੀਆਂ ਹੋ ਜਾਏ। ਤੇ ਲੁੱਡੀ ਪਾਣਾ ਮੀਨਸ ਕੋਈ ਫਿਕਰ ਨਹੀਂ ਹੈ, ਕੋਈ ਸੋਗ ਨਹੀਂ ਹੈ, ਨਾ ਕਦੇ ਹਰਖ ਨਾ ਹੋਵੇ ਸੋਗ। ਹੈ ਨਾ, ਏਦਾਂ ਦੀ ਗੱਲ ਸਮਝ ਆਉਂਦੀ ਹੈ ਜੀ। ਹਾਂਜੀ, ਹੁਣ ਤਬਸਰਾ ਤੇ ਕਰ ਹੀ ਸਕਦੇ ਹੋ। ਹਾਂਜੀ, ਸਿਮਰਤ ਜੀ। ਹਾਂਜੀ, ਕੁਝ ਉਚਰੋ। ਜੀਵਨ ਦੀ ਜੁਗਤੀ ਗੁਰੂ ਸਾਹਿਬ ਨੇ ਨਾਲ ਹੀ ਕੁਐਸਚਨ ਕਰਕੇ ਨਾਲ ਆਨਸਰ ਦੇ ਦਿੱਤਾ ਕਿ ਕਿਵੇਂ ਅਸੀਂ ਆਪਣਾ ਜੀਵਨ ਦੇ ਵਿੱਚ ਗਿਆਨ ਦਾ ਚਾਨਣ ਕਿਵੇਂ ਕਰਨਾ, ਰਾਈਟ। ਸੋ ਉਹਦੇ ਵਾਸਤੇ ਕੀ ਸਾਨੂੰ ਚਾਹੀਦਾ ਹੈ ਕਿ ਇਹ ਸਰੀਰ ਜੋ ਪਰਮਾਤਮਾ ਨੇ ਦਿੱਤਾ ਹੈ, ਇਹਨੂੰ ਕਿਵੇਂ ਯੂਜ਼ ਕਰਨਾ ਹੈ ਤਾਂ ਕਿ ਉਹਦੇ ਵਿੱਚ ਉਹ ਗਿਆਨ ਦਾ ਪ੍ਰਗਟਾਵਾ ਹੋਵੇ। ਸੋ ਮਤਲਬ ਕਿ ਬਾਣੀ ਜੋ ਗਿਆਨ ਸਾਡੇ ਕੋਲ ਹੈ, ਉਸ ਨੂੰ, ਉਸ ਦੀ ਗਾਈਡੈਂਸ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਨੂੰ, ਸ਼ਬਦ ਨੂੰ, ਜੋ ਵੀ ਕਹੋ, ਉਹਨੂੰ ਮਨ ਦੇ ਵਿੱਚ ਕਮਾਣਾ,
ਕਮਾਣਾ ਹੈ ਮੀਨਸ ਉਹਨੂੰ ਆਪਣੇ ਆਚਰਣ ਵਿੱਚ, ਆਪਣੇ ਰਹਿਣੀ ਸਹਿਣੀ ਦੇ ਵਿੱਚ, ਆਪਣੇ ਉਹਦੇ ਵਿੱਚ ਕਰਮਾਂ ਦੇ ਵਿੱਚ ਲਿਆਉਣਾ ਹੈ। implicate, yes. ਤੇ ਪਰ ਜਿਹੜੀ ਵੱਟੀ ਹੈ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਵੀ ਵੱਟੀ ਜਿਹੜੀ ਹੈ, ਹੁਣ ਮੈਂ ਸੋਚ ਰਹੀ ਸੀ ਬਈ ਵਿਕ ਜਿਹੜੀ ਹੈ ਉਹ ਭਉ ਦੀ ਵੱਟੀ ਹੈ। ਹਾਂ। ਜਿਹੜਾ ਪਰਮਾਤਮਾ ਦਾ ਨਿਰਮਲ ਭਉ ਹੈ ਉਹ ਵੱਟੀ ਹੈ। ਤੇ ਹੁਣ ਤੁਸੀਂ ਜਿਵੇਂ ਦੀਵੇ ਨੂੰ ਦੇਖੋ ਤੇ ਬਲਦਾ ਤੇ ਤੇਲ ਹੈ, ਵੱਟੀ ਜਿਹੜੀ ਹੈ ਉਸ ਨੂੰ ਸਪੋਰਟ ਕਰਦੀ ਹੈ ਕਰਨੀ। ਉਹਦੇ ਥਾਣੀ। ਹਾਂ, ਮਤਲਬ ਕਿ ਜਦ ਤੱਕ ਤੇਲ ਹੈ ਤਦ ਤੱਕ ਵੱਟੀ ਨਹੀਂ ਜਲਦੀ। ਹਾਂ, ਪਰ ਦੀਵੇ ਨੂੰ ਤੁਸੀਂ ਦੇਖੋ ਕਿ ਵੱਟੀ ਜਿਹੜੀ ਹੈ ਨਾ ਉਹ ਸਰਵਾਈਵ ਹੀ ਤੇਲ ਕਰਕੇ ਕਰਦੀ ਹੈ, ਬੜੇ ਇੰਟਰਡਿਪੈਂਡੈਂਟ ਨੇ। ਹਾਂ, ਸਰਵਾਈਵ ਕਰਦੀ ਹੈ ਤੇ ਉਹ ਸੜਦੀ ਵੀ ਨਹੀਂ ਹੈ ਜਦ ਤੱਕ ਖਤਮ ਹੀ ਨਹੀਂ ਹੁੰਦੀ। ਹੁੰਦਾ ਹੀ ਕੁਛ ਨਹੀਂ। ਜਦ ਤੱਕ ਤੇਲ ਪਾਈ ਜਾਓਗੇ ਤੇ ਵੱਟੀ ਜਿਹੜੀ ਤਾਂ ਨਹੀਂ ਖਤਮ ਹੋਏਗੀ। ਬਿਲਕੁਲ। ਸੋ ਮਤਲਬ ਕਿ ਤਾਂ ਇਹਨਾਂ ਨੇ ਕਿਹਾ ਨਾ ਕਿ ਵੀ ਸੱਚ ਬੁੱਝਣ ਆਣ ਜਲਾਈ, ਤਾਂ ਕਿਹਾ ਸੱਚ ਦਾ ਬੁੱਝਣ ਉਹਦੇ ਵਿੱਚ ਜਲਾਣਾ। ਔਰ ਜਿਹੜੇ ਸੱਚ ਨਾਮ ਦੀ ਜਿਹੜੀ ਅਵੇਅਰਨੈਸ, ਉਸਨੂੰ ਸੋਝ ਜਾਂ ਉਹਦੀ ਅਵੇਅਰਨੈਸ ਉਸਨੂੰ ਕਰਨਾ ਤੇ ਵੀ ਇਹ ਤੁਹਾਡਾ ਦੀਵਾ ਤਾਂ ਜਲੇਗਾ। ਤੇ ਫਿਰ ਤੇ ਦਰਗਾਹ ਬੈਸਣ ਪਾਈ ਹੈ ਉਹਦੀ, ਪਰਮਾਤਮਾ ਦੀ ਹਜ਼ੂਰੀ, ਹਰ ਵੇਲੇ ਪਰਮਾਤਮਾ ਦੀ ਹਜ਼ੂਰੀ ਵਿੱਚ ਤੁਸੀਂ ਬੈਠੇ ਹੋ। ਫਿਰ ਹਰ ਵੇਲੇ ਤੁਹਾਨੂੰ ਕਾਹਦਾ ਡਰ ਹੈ? ਫਿਰ ਬਾਂਹ ਲੁੜਾਣੀ, ਫਿਰ ਤੁਹਾਨੂੰ ਕੋਈ ਡਰ ਹੀ ਨਹੀਂ ਹੈ। ਜਦੋਂ ਤੁਹਾਡੇ ਕੋਲ ਪਰਮਾਤਮਾ ਦੀ ਹਜ਼ੂਰੀ ਹੋ, ਤੁਸੀਂ ਹਰ ਵੇਲੇ ਉਹਦੀ ਹਜ਼ੂਰੀ ਵਿੱਚ ਰਹਿ ਰਹੇ ਹੋ, ਤੇ ਫਿਰ ਕਾਹਦਾ ਡਰ? ਗੱਲ ਇਹ ਵੀ ਮੇਰੀ ਕਾਰ ਦੇ ਵਿੱਚ ਆਪਣਾ ਕੈਪਟਨ ਬੈਠਾ ਹੋਵੇ ਪੁਲਿਸ ਦਾ, ਤੇ ਮੈਂ ਸਪੀਡ ਮਾਰਾਂ ਜਾਂ ਘੱਟ ਮਾਰਾਂ, who do I care for and why? ਜਦੋਂ ਤਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਇਮੋਸ਼ਨ ਦਾ, ਫਿਰ ਮੈਨੂੰ ਡਰ ਹੀ ਕੋਈ ਨਹੀਂ, ਤੇ ਲੁੱਡੀ ਤੇ ਆਪੇ ਹੀ ਪੈ ਗਈ ਹੈ ਨਾ। ਕਾਰ ਸਿੰਘ ਜੀ, ਸਿੰਘਾਂ ਮੁੱਕੀਆਂ ਹੋਣੀਆਂ, ਆ ਜਾਓ ਹੁਣ। ਜਿਹੜੀ ਬਾਂਹ ਲੜਾਈ ਹੈ ਨਾ, ਉਹਦਾ ਆਪਾਂ ਉਦੋਂ ਮਨ ਚਲੇ ਦਾ ਸੌਦਾ ਹੀ ਨਾ ਵੇਖਿਆ ਹੈ, ਤੇ ਉਹ ਕਿਦਾਂ ਬਾਂਹ ਲੜਾਉਂਦਾ। ਤੇ ਇਹ ਇੱਕ ਸਟੇਟ ਆਫ ਮਾਈਂਡ ਆ, ਜਦੋਂ ਮਨੁੱਖ ਪਰਮਾਤਮਾ ਨੂੰ ਮਹਿਸੂਸ ਕਰਦਾ ਵਾ ਤੇ ਉਹਦਾ ਮਨ ਚਿੱਤ ਐ ਖਿੜ ਜਾਂਦਾ ਵਾ। ਸੋ ਦੈਨ ਹੀ ਰੇਸ ਹਿਜ਼ ਆਰਮ, ਦੋਵੇਂ ਬਾਹਾਂ ਫਿਰ ਇਕੱਠੀਆਂ ਚੁੱਕ ਲੈਂਦਾ ਵਾ, ਤੇ ਦੈਟਸ ਬਾਂਹ ਲੜਾਈ ਹੈ। ਸੋ ਉਸ ਅਵਸਥਾ ਵਿੱਚ ਜਾਣ ਵਾਸਤੇ ਪਹਿਲੀ ਗੱਲ ਹੈ ਵੀ ਗੁਰੂ ਸਾਹਿਬ ਨੇ ਦੱਸਿਆ ਕਿ ਜਿਹੜੀ ਮਾਇਆ ਜਿਹੜੀ ਹੈ ਨਾ ਬੜੀ ਸ਼ਕਤੀਸ਼ਾਲੀ ਆ, ਇਹਨੂੰ ਛਲਿਆ ਨਹੀਂ ਜਾ ਸਕਦਾ। ਹਾਂਜੀ, ਤੇ ਨਾ ਹੀ ਕਿਰਪਾਨ ਨਾਲ ਵੱਢ ਕੱਟ ਕੇ ਇਹਨੂੰ ਨੱਪਿਆ ਜਾ ਸਕਦਾ। ਹਾਂਜੀ, ਤੇ ਗੁਰੂ ਸਾਹਿਬ ਕਹਿੰਦੇ ਵੀ ਛਲ ਛਲਾਈ ਨਾ ਛਲੇ, ਨਾ ਘਾਓ ਕਟਾਰਾ ਕਰ ਸਕੇ। ਇਹਨੂੰ ਕਿਸੇ ਵੀ ਤਰੀਕੇ ਨਾਲ ਖਤਮ ਨਹੀਂ ਕੀਤਾ ਜਾ ਸਕਦਾ, ਪਰ ਇੱਕ ਤਰੀਕਾ ਹੈਗਾ ਵਾ ਉਹਦੇ ਨਾਲ ਕੀਤਾ ਜਾ ਸਕਦਾ, ਉਹ ਗੁਰੂ ਦਾ ਉਪਦੇਸ਼ ਹੈ। ਹੁਣ ਮੇਰਾ ਸਰੀਰ ਹੋਵੇ ਤੇ ਪਰਮਾਤਮਾ ਦੇ ਡਰ ਦੀ ਵੱਟੀ ਹੋਵੇ, ਤੇ ਉਹਦੇ ਵਿੱਚ ਗੁਰਬਾਣੀ ਉਪਦੇਸ਼ ਰੂਪੀ ਤੇਲ ਪਾਇਆ ਹੋਵੇ, ਤੇ ਜਦੋਂ ਇਹ ਦੀਵਾ ਜਲੇਗਾ ਤੇ ਫਿਰ ਚਾਨਣ ਹੋ ਜਾਏਗਾ। ਤੇ ਆਮ ਲੋਕੀ ਇਹ ਛਲ ਛੁੱਲ ਜਿਹੜੇ ਕਰਦੇ ਹੁੰਦੇ ਆ ਹਨੇਰੇ ਵਿੱਚ ਕਰਦੇ ਆ, ਜਿਹੜੇ ਚੋਰ ਪੈਂਦੇ ਆ ਨੇ ਵੀ ਹਨੇਰੇ 'ਚ ਹੀ ਪੈਂਦੇ ਨੇ। ਅੱਛਾ, ਹੁਣ ਭਾਵੇਂ ਦਿਨ ਤੇ ਚੜ੍ਹਿਆ ਹੀ ਆ, ਪਰ ਗਿਆਨ ਨਾ ਹੋਣ ਕਰਕੇ ਮੇਰੇ ਮਨ ਵਿੱਚ ਹਨੇਰਾ ਵਾ, ਤੇ ਮਨ ਜਿਹੜੀ ਮਾਇਆ ਮੈਨੂੰ ਹਰ ਰੋਜ਼ ਤੰਗ ਕਰਦੀ, ਹਰ ਰੋਜ਼ ਲੁੱਟ ਕੇ ਲੈ ਜਾਂਦੀ ਹੈ ਮੈਨੂੰ, ਤੇ ਮੈਂ ਇਹਦਾ ਵਿਕਟਮ ਆ। ਤੇ ਜਦੋਂ ਮੇਰੇ ਕੋਲ ਪਰਮਾਤਮਾ ਦਾ ਡਰ ਹੋਵੇਗਾ, ਮੇਰੇ ਕੋਲ ਗੁਰੂ ਦਾ ਸ਼ਬਦ ਹੋਏਗਾ, ਮੇਰੇ ਕੋਲ ਚਾਨਣ ਹੋਏਗਾ, ਤੇ ਫਿਰ ਮੈਨੂੰ ਜਗਾ ਕੇ ਰੱਖਾਂਗੇ, ਤੇ ਮੈਨੂੰ ਪਤਾ ਲੱਗਣਾ ਵੀ ਜਦੋਂ ਕਿਹੜੇ ਬੂਹੇ ਥਾਲੀ ਅੰਦਰ ਵੜਦੀ ਹੈ, ਇਹ ਅੰਦਰ ਵੜਦੀ ਦੇਖ ਪੈਣੀ ਹੈ ਇਹ, ਤੇ ਫਿਰ then I can shut down my door, or I can do something to
escape from it. ਹੁਣ ਗੁਰੂ ਸਾਹਿਬ ਨੇ ਕਹਿੰਦੇ ਵੀ ਮਾਏ ਬਾਪ ਪੂਤ ਹਿਤ ਭਰਾਤਾ ਇਨ ਘਰ ਘਰ ਮੇਲਿਓ ਦੁਆ ਹਾਂ किसी ही वाद घाट किसी ही पे सगले लालर मुआ। अच्छा हुण गुरु दी बड़ी वड्डी खासियत आ गुरु कीਆਂ क्या बातां हुण गुरु दी गल करे ना दोवें बाਹਾਂ खड़ी करन ਨੂੰ ਜੀ ਕਰਦਾ ਕਹਿੰਦੇ ਹਉ ਬਲਹਾਰੀ ਸਤਗੁਰ ਆਪਣੇ ਜਿਨੇ ਚਲਤ ਦਿਖਾਇਆ ਗੁਜੀ ਭਾਏ ਜਲੇ ਸੰਸਾਰ ਭਗਤ ਨਾ ਵਿਆਪੇ ਮਾਇਆ। ਇਹ ਜਿਹੜਾ ਦੀਵਾ ਨੇ ਮੈਨੇ ਮਨੁੱਖ ਨੂੰ ਭਗਤ ਬਣਾ ਦੇਣਾ ਵਾ ਜਿੱਥੇ ਭਗਤ ਹੁੰਦਾ ਉੱਥੇ ਮਾਇਆ ਅਨਫੈਕਟਡ ਹੋ ਜਾਂਦੀ ਉੱਥੇ ਨਿਲ ਹੋ ਜਾਂਦੀ ਹੈ। ਤੇ ਮੈਂ ਹਿਸਾਬ ਲਾ ਵੀ ਪਰਮਾਤਮਾ ਨੇ ਸਾਰਾ ਖੇਲ ਜਿਹਾ ਰਚਿਆ ਵਾ ਵੀ ਉਹਨੇ ਨਾ ਜਿਸ ਤਰ੍ਹਾਂ ਛਿੰਝ ਰਚੀ ਹੋਈ ਆ ਇੱਕ ਬੰਨੇ ਮਾਇਆ ਉਹਦੀ ਫੋਰਸ ਦੇ ਵਿੱਚ ਆ ਉਹਦੀ ਟੀਮ ਦੇ ਵਿੱਚ ਇੱਕ ਬੰਨੇ ਜਿਹੜੇ ਭਗਤ ਜਨ ਨੇ ਉਹ ਤੁਸੀਂ ਸਾਰੇ ਭਗਤ ਜਨ ਨੇ ਆਈ ਥਿੰਕ ਆਈ ਫੀਲ ਦੈਟ ਵੇ ਇਹਨਾਂ ਦੇ ਆਪਸ ਵਿੱਚ ਕੁਸ਼ਤੀ ਹੋ ਰਹੀ ਆ ਤੇ ਢਾਉਂਦਾ ਕਿੰਨੂੰ ਆ ਫਿਰ ਪਤਾ ਲੱਗਦਾ ਵੀ ਕਿਹੜਾ ਢੱਟਦਾ ਤੇ ਕਿਹੜਾ ਕਿਹਦੇ ਮੋਢੇ ਲੱਗਦੇ ਆ ਤੇ ਭਗਤ ਜਿਹੜਾ ਹੈ ਨਾ ਉਹ ਮਾਇਆ ਦੇ ਮੋਢੇ ਲਾ ਦਿੰਦਾ ਤੇ ਫਿਰ ਜਦੋਂ ਕੋਈ ਮਨੁੱਖ ਮਾਇਆ ਦੇ ਮੋਢੇ ਲਾ ਦੇਵੇ ਤੇ ਫਿਰ ਜਦੋਂ ਦਮਾਲਾ ਬਣ ਕੇ ਫਿਰ ਗੇੜਾ ਕੱਟਦਾ ਨਾ ਚਾਅ ਦੇ ਵਿੱਚ ਜਿੱਤ ਦੇ ਵਿੱਚ ਤੇ ਸਾਰੇ ਕੋਈ 100 ਦਾ ਨੋਟ ਪਾਉਂਦਾ ਕੋਈ 50 ਦਾ ਪਾਉਂਦਾ ਝੋਲੀ ਵਿੱਚ ਉਹਦੇ ਇੰਨੇ ਹੋਰ ਪੈਸੇ ਹੋ ਜਾਂਦੇ। I'm saying that ਕਿੱਦਾਂ ਪਿੰਡਾਂ ਵਿੱਚ ਛਿੰਝਾਂ ਦੇ ਵਿੱਚ ਕਿੱਦਾਂ ਪਹਿਲਵਾਨ ਘੁਲਦੇ ਨੇ ਇਹ ਸਾਰਾ ਖੇਲ ਆ ਮਨੁੱਖ ਦਾ ਤੇ ਮਾਇਆ ਦਾ ਇਹ ਕਸ਼ਮ ਕਸ਼ ਚੱਲਦੀ ਰਹਿੰਦੀ ਆ ਤੇ ਪਰਮਾਤਮਾ ਦੇਖਦਾ ਉਹਦਾ ਪੁੱਤਰ ਕਦੋਂ ਜਿੱਤਦਾ ਤੇ ਜਦੋਂ ਫਿਰ ਜਿੱਤਦਾ ਤੇ ਫਿਰ ਪੁੱਤਰ ਦਾ ਲੁੱਡੀ ਪਾਉਂਦਾ। ਥੈਂਕ ਯੂ। ਕਹਿੰਦਾ ਖਾਟ ਆਇਓ ਘਰ ਪੂਤਾ ਹਰ ਰਸ ਚਲਤੇ ਹਰ ਰਸ ਪਤਾ ਨਹੀਂ ਹਰ ਰਸ ਜਾਗਤ ਸੂਤਾ माई खाट आयो कर पूता अवर पंच हम एक जना। सारे तैयार हो जाओ भाई अपनी अपनी अनम्यूट कर लो ते व्हाट इज माई टेक अरदास करया करो साथियों भई समय च पूरे समय सिर समाप्ति होया करे क्योंकि फिर ये सवाल नहीं आंदा कि व्हाट इज माई टेक पर जदों समा हुंदा है ते फिर ਅਸੀਂ ਕਹਿੰਦੇ ਚਲੋ व्हाट इज माई टेक। सो तैयारी कर लो ਆਪਾਂ ਗੱਲ ਮੁਕਾ ਲਈਏ। ਅਵਰ ਪੰਚ ਹਮ ਏਕ ਜਨਾ ਤੇ ਕਿਉਂ ਰਾਖੋਂ ਘਰ ਬਾਰ ਮਨ। ਉਹ ਪੰਚ ਨੇ ਮੈਂ ਕੱਲਾ ਵਾਂ ਤੇ ਮੈਂ ਕਿਵੇਂ ਆਪਣਾ ਘਰ ਬਾਰ ਸੰਭਾਲਾਂ। ਮਾਰੇ ਲੂਟੇ ਨੀਤਾ ਨੀਤ ਕੇ ਸਾਗੇ ਕਰੀ ਪੁਕਾਰ ਮਨ। ਕੀ ਕਰਾਂ ਮੈਂ ਤੇ ਮੈਨੂੰ ਮਿੰਟੋ ਮਿੰਟੀ ਢਾਈ ਜਾਂਦੇ ਪਏ ਨੇ। ਪਰ ਆਪਾਂ ਪੜ੍ਹਿਆ ਸ਼ੁਰੂਆਤ ਦੇ ਵਿੱਚ ਕਿ ਸਾਨੂੰ ਲੋੜ ਸੀਗੀ ਨਾਮ ਦੇ ਜੋੜੀ ਬਣਨ ਦੀ ਸਾਥੀ। ਜਦੋਂ ਚੌਪੜ ਖੇਡਦੇ ਆ ਤੇ ਸਾਥੀ ਬਣਾ ਲੈਂਦੇ ਆ। ਹਰ ਨਾਮੈ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਸ਼ਾ। ਫਿਰ ਕਹਿੰਦੇ ਵੀ ਨਾਮ ਜਪੋ ਦਿਨ ਰਾਤੀ ਪਾਸਾ ਏਦਾਂ ਸੁੱਟੋ ਦਾਣੇ ਸੁੱਟਨੇ ਆ ਨਾ ਤੁਸੀਂ ਤੇ ਇਨ ਬਿਤ ਪਾਸਾ ਢਾਲੋ ਵੀਰ ਅੰਤਕਾਲ ਨਾ ਲਾਗੇ ਪੀਰ। ਤੇ ਫਿਰ ਕਹਿੰਦੇ ਵੀ ਅਖੀਰ ਚ ਕਹਿੰਦੇ ਨੇ ਨਾ ਵੀ ਉੱਠ ਇਸ਼ਨਾਨ ਕਰੋ ਉਹ ਨਾ ਸੌਰੀ ਹਰ ਆਪੇ ਖੇਲੈ ਆਪੇ ਦੇਖੈ ਹਰ ਆਪੇ ਰਚਨ ਰਚਾਇਆ। ਜਨ ਨਾਨਕ ਗੁਰਮੁਖ ਜੋ ਨਰ ਖੇਲੈ ਸੋ ਜਿਣ ਬਾਜੀ ਘਰ ਆਏ। ਕਿਹੜਾ ਹੈ ਜਿਹੜਾ ਜਿੱਤ ਕੇ ਨਹੀਂ ਜਾਣਾ ਚਾਹੁੰਦਾ ਆਪਣੇ ਘਰੇ है ना। Yeah. Hanji, who goes first? Let's start from the right corner. Paramjit ji, what's your take? Then I'll go to Amartej ji and Ajit ji. I don't have much to add. No, what's my take? You don't have to. देख यही है कि किस तरह इस शरीर रूपी दीवे च नाम दा तेल पा के किस तरह वो तावी उदे निर्मल भाव च रह के ज्ञान दा चानण ते किस तरह अगे बढ़ना बस। Yeah. ਉਹ ਨਾ ਹੋਵੇ ਕਿ
ਉਹ ਜਿੱਦਾਂ ਗੁਰਦੁਆਰੇ ਚੋਂ ਜਾਈਦਾ ਬਾਹਰ ਜਾ ਕੇ ਭੁੱਲ ਜਾਈਦਾ। ਹੁੰਦਾ ਤਾਂ ਉਹੀ ਹੈ। ਹਾਂ ਅਮਰਜੀਤ ਜੀ। ਤੇਲ ਘੜੀ ਘੜੀ ਪਾਣਾ ਪੈਂਦਾ ਹੈ। ਹਾਂ यही है सेम थिंग। बिन तेल दीवा क्यों जले, मतलब कि तेल वी हैव टू कंटिन्यूअसली तेल पाते जाना है कि सो कि वी कैन कंटिन्यू, मतलब चानन होते रहे कि नाम उसनु याद करते रहा सो वी कैन बी इन टच विद आवर सोल, शुड बी इन टच विद वाहिगुरु। ਵੈਰੀ ਗੁੱਡ। ਅਮਰਤੇਜ ਜੀ। यार जिस तरह सारे कह रहे हैं वही गल है, तेल दीवा क्यों जले, मतलब कि अपने आप में ज्ञान दी ज्ञान लियाना और किस तरह लियाना, शरीर नू अपना दीवा बना के दे अपने जी कहते ने ज्ञान जड़ा है उसनू अपने ऑयल तेल बनाना है। डर जड़ा है वो परमात्मा दे सिमरन विच रहना, जिहदे कहंदे ने ओहदे नाल ओहदी की कहंदे ने बट्टी बना के दे हमेशा उन्हें याद रखो। बस यही है कि सिमरन करते रहो, अपने ओहदे डर विच रहो, परमात्मा नूं सिमरन करो ते तां ही तुहाडा कल्याण होएगा। ठीक, वाहिगुरू। हाँ जी अरजीत जी। ਇਸ ਜਿਸ ਸਰੀਰ ਦਾ ਦੱਸਿਆ ਵੀ ਸਰੀਰ ਹੀ ਸਾਡੇ ਵਿਕਾਰ ਮੋਹ ਮਾਇਆ ਫਸੀ ਹੋਈ ਹੈ, ਤੇ ਉਸ ਨੂੰ ਇਸ ਕਾਈਂਡ ਆਫ ਕਲੀਨ ਅਪ ਵਾਲੀ ਗੱਲ ਦੱਸੀ ਹੈ ਵੀ ਤੁਸੀਂ ਆਪਣੇ ਸਰੀਰ ਨੂੰ ਤਾਂ ਇੱਕ ਦੀਏ ਵਾਕਨ ਬਣਾ ਲਓ, ਫਿਰ ਉਸ ਵਿੱਚ ਤੁਸੀਂ ਗਿਆਨ ਦੀ ਜੋਤ ਜਲਾਓ ਤੇ ਕੀ ਕਹਿੰਦੇ ਨਾ ਆਪਣੇ ਗੁਰਬਾਣੀ ਵੱਲ ਲੱਗੋ, ਗੁਰੂ ਨੂੰ ਸੁਣੋ ਪੜ੍ਹੋ ਤੇ ਉਸ ਨੂੰ ਅਮਲ ਕਰੋ ਤੇ ਦੀਆ ਤਾਂ ਸਹੀ ਜਲੇਗਾ, ਕਿਉਂਕਿ ਬਾਕੀ ਬਿਨਾਂ ਗੁਰਬਾਣੀ ਤੇ ਤਾਂ ਕੁਝ ਵੀ ਨਹੀਂ ਹੋ ਸਕਦਾ। ਜਿਸ ਤਰ੍ਹਾਂ ਵੀ ਉਹਨਾਂ ਨੇ ਐਗਜ਼ਾਮਪਲ ਦਿੱਤਾ ਬੱਟੀ ਤੇ, ਉਹ ਤਾਂ ਐਗਜ਼ਾਮਪਲਸ ਹਨ, ਲੇਕਿਨ ਆਪਣੇ ਅੰਦਰ ਗਿਆਨ ਲਿਆਉਣ ਵਾਸਤੇ ਤੁਹਾਨੂੰ ਗੁਰੂ ਦੀ ਮਦਦ ਲੈਣੀ ਪਏਗੀ ਤੇ ਉਸ ਤਰ੍ਹਾਂ ਹੀ ਫਿਰ ਤੁਸੀਂ ਕੁਝ ਮਤਲਬ ਆਪਣੇ ਅੰਦਰ ਸਵਾਰ ਸਕਦੇ ਹੋ। ਬਾਕੀ ਤਾਂ ਅੰਧੇਰਾ ਹੀ ਅੰਧੇਰਾ ਅੰਦਰ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਰਵਦੀਪ ਜੀ। Moni, you get ready now. No more excuses. What's your take next time? I mean, in the next after Ravdeep. भी अगर ते परमात्मा दे सिमरन दे बिना बेशक असी जिंदा, बट उसका मतलब है कि आत्मक रूप ते जिंदा नहीं, असी खाली फिजिकली जिंदा। ते अगर आत्मक जीवन जीना है तो फिर परमात्मा का प्यार का तेल अपने शरीर अंदर पाना पेगा। तो फिर खाली तेल होएगा तो वो भी नहीं चल सकता, उस नाल उसनू एक थ्रेड चाहिए, वट्टी चाहिए है। तो वो परमात्मा का इत्थे जियां भौ वट्टी है, बट मैं भौ ते मैं भाव भी सोचदा कि भाव भी होना चाहिए। भौ प्लस भाव, परमात्मा का डर ते प्यार ते रिस्पैक्ट वो भी होएगी। तो असी अगर परमात्मा का प्यार नहीं है तो असी सिमरन जिन्ना मर्जी करते रहिए, उसका कोई फायदा नहीं है। तो अगर परमात्मा का प्यार कंटिन्यूसली रहना है तो सिमरन भी कंटिन्यूसली करना पेगा। नाल चल दोनों चीज़ां नाल नाल होंदी रहंदियां। तो फिर साडे अंदर जिहड़ी ये जोत है, दीवा जलदा रहेगा ते आत्मक आनंद कंटिन्यूसली रहेगा। Very good. Moni ji. So my take is embrace Gurbani and then come from darkness to light through awareness. Yep. It tan lage baaniya. ये बाणी मेरे शरीर ਨੂੰ ਲੱਗ ਜਾਏ ਤੇ I will grow healthy. ਭੁਪਿੰਦਰ ਜੀ। Anji, very interesting that Guruji has, for that time, the diva was a very important item in the house. And obviously because of no electricity, I think, at that time. And so the analogy he used with the diva, which everybody understood it at that time, how a diva and what are the ingredients needed to create light. And he used that as an analogy. Not being negative, but I wonder whether the future generations will be able to relate
to this Shabad in the form of the Diva, which I guess today you don't see Divas around. Maybe during Vaisakhi and Gurupurabs, we still light Divas in the Gurudwaras, but nevertheless, the analogy used was that the oil is the desire. I must have the internal desire, the wanting of the knowledge, the wanting of to attain God, the wanting to be connected with God. I must have the desire, which is the oil. And this can only be done by reading Bani, understanding Bani, not only suniye, maniye, but also internalizing it and living the Bani in my righteous life. That's what the oil represents. Then we have the Vik, which is like what we all said, is the living fear of God. Being wanting to have the oneness, the awareness, to be connected with Satya and truth. And this can only be done if we are continuously in contact with Bani. I guess we can't say I've read it when I was young and left it as it is. I guess we've got to continuously stay in contact with Bani, to be continuously in awareness in the moment. And with the oil, the medium is going to be the wick, and then there's the light. And the light, the flame, represents the enlightenment, I guess, the awareness, which then destroys or controls Maya, and therefore all my negativity, my pain, my sin. And by doing that, I get into this brightness, which is the being in oneness with the Guru, being in oneness with happiness, without a life without sin, without pain. Or even if we do have pain, like we said, we have learned, we have happy moments and sad moments. These are like changing our clothes, and we are able to live with the pain and the happiness in peaceful way. So that's my take on this show. The bottom line is that we have so many paradigms around us. So many? Paradigms. Paradigms. You know, philosophically, because linguistically, philosophically, क्योंकि ਅਸੀਂ ਇੱਥੇ theology ਦੀ ਗੱਲ ਕਰ ਰਹੇ ਹਾਂ ਆਪਣੇ ਗੁਰਬਾਣੀ ਦੇ ਵਿੱਚ, you know. So if I understand, if I realize that what should be my paradigm and get stick to it, you know. There used to be time I used to, personally speaking, I used to read some poetry at my last say awareness breath of jagna jinu kehne hain, before sleep, and I would wake up and get the book again. Mere srane pai hundi si Ghalib. But there was a paradigm long time. There wasn't any harm, but now I think that it should have been Gurbani. ਫਿਰ ਕੀ ਸੀਗਾ, ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਏ. I didn't lose anything from the poetry, but I did not gain anything spiritual. So without this paradigm, Gurbani's model, Gurbani's domain, kind of, you know, I am to say कि अगर जाना तो ये जाना कि कुछ भी नहीं जाना. जिन्ने भी बाकी दे मॉडल्स ने ना, पढ़ाई कर लो, टीवी देखिए, सीरियल देखो, कथावां सुनो, कीर्तन सुनो. I'm not saying anything good or bad, but crude form de which, if I have not tried to understand Gurbani, कहता अगर जाना तो ये जाना कि कुछ भी नहीं जाना, और ये भी मुद्दत के बाद मालूम हुआ. पर उन अब पछताए क्या हो जब चिड़ियां चुग गई खेत. That's what it is. हाँ जी, हरप्रीत जी, and then वीना जी. इस शरीर रूपी
ਦੀਵੇ ਦੇ ਵਿੱਚ ਗੁਰੂ ਜੀ ਦਾ ਨਾਮ ਤੇਲ ਦੇ ਜਿਸ ਤਰ੍ਹਾਂ ਪਾ ਕੇ ਤੇ ਇਸ ਨੂੰ ਵਨਨੈਸ ਵਿੱਚ ਅਵੇਅਰਨੈਸ ਵਿੱਚ ਜੀਣਾ ਚਾਹੀਦਾ ਹੈ ਤੇ ਉਹਨਾਂ ਦਾ ਅੰਕਸ਼ ਤੇ ਜਿਸ ਤਰ੍ਹਾਂ ਹਮੇਸ਼ਾ ਸਾਡੇ ਸਿਰ ਦੇ ਉੱਤੇ ਜਿਸ ਤਰ੍ਹਾਂ ਗਾਈਡੈਂਸ ਰਹੇ ਹਮੇਸ਼ਾ ਇਸ ਤਰ੍ਹਾਂ ਤੇਲ ਮਤਲਬ ਪਾ ਕੇ ਤੇ ਅੰਦਰ ਸਾਨੂੰ ਆਪਣਾ ਚਾਨਣ ਰੱਖਣਾ ਚਾਹੀਦਾ ਗੁਰੂ ਜੀ ਦੇ ਨਾਮ ਦੇ ਨਾਲ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ Yeah, good enough. Thank you. Veena ji. ਮਤਲਬ ਮੈਨੂੰ ਤਾਂ ਇਹ ਸਮਝ ਪਈ ਹੈ ਕਿ ਇਹ ਜਿਹੜਾ ਸਰੀਰ ਹੈਗਾ ਇਹ ਤੇ ਲਾਈਫ ਗੋਜ਼ ਆਨ ਪਰ ਬਗੈਰ ਗਿਆਨ ਦੇ ਨਾਮ ਦੇ ਹਨੇਰਾ ਹੀ ਹਨੇਰਾ ਹੈ ਵਾਹ ਵਾਹ ਕੀ ਬਾਤ ਹੈ ਉਹ ਮੇਰੇ ਵਰਗੇ ਨੇ ਉੱਤੇ ਆਪਣੇ ਸਿਰ ਤੇ ਤਸਵੀਰ ਲਾ ਲਈ ਗੁਰੂ ਨਾਨਕ ਦੀ ਕਿ ਜੀ ਸਿਰ ਉੱਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ देखिए किधरे ज्ञान कुंडा ही रवे है ना नो वेरी वेल सेड असी सिर जिसके सिर ऊपर तू स्वामी सो दुख कैसा पावे की समझा सी ਇਹਦਾ मैंने क्विक अराउंड प्लीज anyone wants to volunteer जिसके सिर ऊपर तू स्वामी Can I just present one scenario before we go to the next Shabad? Hanji, sorry. Before we go to the next Shabad, ਇਹ ਮੇਰੇ ਮਨ ਵਿੱਚ ਆ ਰਿਹਾ ਦੀਵੇ ਦੀ ਗੱਲ ਤੋਂ ਨਾ ਕਿ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਜਦੋਂ ਅਸੀਂ ਜਿਵੇਂ ਦੀਵਾਲੀ ਤੇ ਦਰਬਾਰ ਸਾਹਿਬ ਦੀ ਸਿਨੈਰੀਓ ਬਣਿਆ ਹੁੰਦਾ ਕਿੰਨੇ ਦੀਵੇ ਜਲ ਰਹੇ ਹੁੰਦੇ ਚਾਨਣਾ ਹੁੰਦਾ ਤੇ ਉਸ ਤਰ੍ਹਾਂ ਹੀ ਜਿਵੇਂ ਰਾਤ ਜਦੋਂ ਹੁੰਦੀ ਹੈ ਜਦੋਂ ਚਾਨਣੀ ਰਾਤ ਦੇ ਵਿੱਚ ਜਿਵੇਂ ਤਾਰੇ ਜਗਦੇ ਹੁੰਦੇ ਨੇ ਦੀਵੇ ਜਗ ਰਹੇ ਨੇ ਜਿਸ ਤਰ੍ਹਾਂ ਦੀ ਜੋ ਸਿਨੈਰੀਓ ਹੈਗਾ ਬਈ ਜਿਸ ਵੇਲੇ ਕੁਛ ਨਹੀਂ ਸੀ ਜਿਵੇਂ ਸੁੰਨ ਸਮਾਜ ਸੀ ਜਦੋਂ ਉਸ ਵੇਲੇ ਜੋ ਉਸਦੇ ਪਰਮਾਤਮਾ ਦੇ ਦਾ ਜੋ ਫੁਰਨਾ ਆਇਆ ਤੇ ਇਹ ਮਾਇਆ ਬਣਾਈ ਉਹਨੇ ਬਿਊਟੀਫੁਲ ਮਾਇਆ ਪੂਰੀ ਰਚਨਾ ਜਿਹੜੀ ਕੀਤੀ ਜਿਹੜੀ ਕਿ ਛਲੀ ਨਹੀਂ ਜਾ ਸਕਦੀ ਇਤਨੀ ਬਲਵਾਨ ਸੋ ਸੁੰਦਰ ਕਿ ਉਸ ਨੂੰ ਕੋਈ ਡਿਸਟਰੋਏ ਨਹੀਂ ਕਰ ਸਕਦਾ ਤੇ ਇਤਨੀ ਜ਼ਿਆਦਾ ਕਿ ਜਿਹੜੇ ਦੀਵੇ ਤੁਸੀਂ ਇੱਕ ਐਵਰੀਵਨ ਇਮੇਜਿਨ ਟੂ ਬੀ ਵਨ ਦੀਵਾ ਜਿਹੜੀ ਉਹਨੇ ਕ੍ਰੀਏਸ਼ਨ ਬਣਾਈ ਹੈ ਇਨਕਲੂਡਿੰਗ ਅਸ ਐਂਡ ਐਵਰੀਥਿੰਗ ਉਹਦੇ ਵਿੱਚ ਉਹਨੇ ਦੀਵੇ ਬਣਾਏ ਇੱਕ ਇੱਕ ਦੀਵਾ ਬਣਾਇਆ ਤੇ ਉਸ ਦੇ ਨਾਲ ਉਹਨੂੰ ਸਰਾਊਂਡ ਕੀਤਾ ਉਸ ਇਹੋ ਜਿਹੀ ਮਾਇਆ ਇੰਨੀ ਸੁੰਦਰ ਕਿ ਜਿਹੜੀ ਇੰਨੀ ਲੁਭਾਵਨੀ ਹੈ ਜਿਸ ਨੂੰ ਛਲਿਆ ਨਹੀਂ ਜਾ ਸਕਦਾ ਜਿਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਤੇ ਇਤਨਾ ਜ਼ਿਆਦਾ ਉਹਦੇ ਵਿੱਚ ਮਨ ਸਾਡਾ ਡੋਲ ਜਾਂਦਾ ਹੈ ਕਿ ਉਸ ਨੂੰ ਅਗਰ ਇਹ ਵੀ ਪ੍ਰਮਾਤਮਾ ਦੇ ਹੁਕਮ ਵਿੱਚ ਜਿਵੇਂ ਤੂੰ ਰੱਖਿਆ ਉਵੇਂ ਉਹਨੇ ਰੱਖਿਆ ਉਹਦੇ ਵਿੱਚ ਡੋਲਿਆ ਤੇ ਉਸ ਨੂੰ ਨਾਲ ਇਹ ਚੀਜ਼ ਦੀ ਸੋਝੀ ਦੇ ਦਿੱਤੀ ਹੈ ਕਿ ਵੀ ਇਹਨੂੰ ਜਗਦਾ ਕਿਵੇਂ ਰੱਖਣਾ ਬਾਣੀ ਦਿੱਤੀ ਹੈ ਵੀ ਇਹਨੂੰ ਕਿਵੇਂ ਜਗਾ ਕੇ ਰੱਖਣਾ ਕਿਵੇਂ ਜਾਣਨ ਨੂੰ ਦੇਣਾ ਹੈ ਤੇ ਜਿਹੜਾ ਉਸ ਦੀ ਗਾਈਡੈਂਸ ਦੇ ਵਿੱਚ ਜਿਹੜੀ ਅਸੀਂ ਪਰਮਾਤਮਾ ਦੀ ਹਜ਼ੂਰੀ ਆ ਕੇ ਸੁਰਖਰੂ ਹੋ ਜਾਣਾ ਜਦੋਂ ਉਸ ਨੂੰ ਉਸ ਜੁਗਤੀ ਦੇ ਨਾਲ ਜਲਾਣਾ ਹੈ ਜਿਹੜੀ ਪਰਮਾਤਮਾ ਨੇ ਦਿੱਤੀ ਹੈ ਵੀ ਤੁਸੀਂ ਸੁਰਖਰੂ ਹੋ ਜਾਣਾ ਹੈ ਤੇ ਤੁਸੀਂ ਇੱਕ ਤਰ੍ਹਾਂ ਨਾਲ ਉਸ ਸਾਰੇ ਉਸ ਕ੍ਰੀਏਸ਼ਨ ਦੇ ਵਿੱਚ ਉਸ ਸਾਰੇ ਸਮੁੰਦਰ ਦੇ ਵਿੱਚ ਤੁਸੀਂ ਯੂ ਆਰ ਲਾਈਕ ਵਨ ਬਿਊਟੀਫੁਲ ਗਲੋਇੰਗ ਦੀਵਾ one of the creations which is majestic. I don't know, I just thought it was a beautiful scenario in this whole Shabad. Yeah, ਜੋ ਗੁਰੂ ਸਾਹਿਬ ਨੇ ਪ੍ਰੈਜ਼ੈਂਟ ਕੀਤਾ ਹੈ ਕਿ ਜਿੱਥੋਂ ਤੁਸੀਂ ਆਏ ਉੱਥੇ ਤੁਸੀਂ ਚਲੇ ਜਾਣਾ ਸੁਰਖਰੂ ਹੋ ਕੇ ਅਗਰ ਤੁਸੀਂ ਉਹ ਜਦੋਂ ਉਹ ਬਾਣੀ ਵੱਜ ਜਾਏਗੀ ਜਿਹੜੀ ਉਹ ਵੀ ਗੁਰੂ ਨੇ ਦਿੱਤੀ ਹੈ ਉਹ ਵੀ ਦਿੱਤੀ ਹੈ ਮਾਇਆ ਵੀ ਦਿੱਤੀ ਹੈ ਬਾਣੀ ਵੀ ਦਿੱਤੀ ਹੈ ਗਿਆਨ ਵੀ ਦਿੱਤਾ ਹੈ अच्छा ने क्या एक बात है किन विद
सागर तरी। पहली गल है कि की मैं डू आई वांट टू गो अक्रॉस? इफ आई वांट टू गो अक्रॉस ए सागर माया दा, किन बिद, हाउ डू आई स्विम अक्रॉस? एक लफ्ज च मतलब उन्ने ही सेंटेंस दे विच कि जीवतियां ना मरिए। जे तू जिਉਂਦੇ जी मर नहीं ना सकदा तो यू कैन नॉट गो अक्रॉस। खैर मैं जरा सवाल पाया सी भैन जी, जिसके सिर ऊपर तू सवाल। सो टाइम हुण हो गया, हो जाने कदी इनू लवांगे कि सिर ऊपर असी समझदे हां कि उत्ते तस्वीर लाई हुई है ते जिसके सिर ऊपर तू स्वामी। ਤੇ ਮੈਂ ਤਾਂ ਇੱਕ ਇਹੋ ਜਿਹੇ ਵੀ ਕਿਸੇ ਸਿਆਣੇ ਨੂੰ ਮਿਲਿਆ ਹੋਇਆ, ਕਹਿੰਦਾ ਜੀ ਬਈ ਬੜੀ ਤਾਕਤ ਹੈ ਗੁਰੂ ਨਾਨਕ ਪਾਤਸ਼ਾਹ ਚ ਨਾ, ਕਿਆ ਬਾਤ। ਮੈਂ ਤੁਹਾਨੂੰ ਸੁਣਿਆ ਸੀ ਅੱਜ ਸਟੇਜ ਤੇ, ਤੁਸੀਂ ਕਿਹਾ ਸੀਗਾ ਕਿ ਗੁਰੂ ਨਾਨਕ ਤੇ ਰੱਬ ਬੜਾ ਅਪਾਰ ਹੈ, ਬੇਅੰਤ ਹੈ, ਬੜਾ ਪਾਵਰਫੁਲ ਹੈ। ਕਹਿੰਦੇ ਜੀ ਮੈਂ ਵਾਕਈ ਮੰਨ ਗਿਆ, ਮੈਂ ਪਹਿਲੇ ਨਹੀਂ ਸੀ ਮੰਨਦਾ। ਕਿਉਂ ਜੀ, ਕੀ ਹੋਇਆ ਤੁਹਾਨੂੰ? ਮੈਂ ਕਿਹਾ ਖਰੇ ਬਹੁਤ ਵੱਡਾ ਕੋਈ ਸਾਕਾ ਵਰਤ ਗਿਆ ਰਾਤ। ਕਹਿੰਦਾ ਜੀ ਰਾਤੀ ਮੈਂ ਬਾਹਰ ਚ ਗਿਆ ਸੀ, ਮੈਂ ਰੋਜ਼ ਜਾਣਾ। ਕਹਿੰਦਾ ਰੋਜ਼ ਮੈਂ 3-4 ਬਾਅਦ ਟੱਲੀ ਹੋ ਜਾਣਾ। ਕਹਿੰਦਾ ਜੀ ਰਾਤੀ ਮੈਂ ਪੀ ਵੀ ਗਿਆ ਮੈਨੂੰ ਤੇ ਕੁਝ ਹੋਇਆ ਹੀ ਨਾ। ਕਹਿੰਦਾ ਘਰ ਆ ਕੇ ਮੈਂ ਕਮੀਜ਼ ਬਦਲੀ ਜਿਸਲੇ ਤੇ ਉਹਦੇ ਚ ਕੈਲੰਡਰ ਸੀਗਾ ਨਾ ਜੀ, ਉਹ ਦੇ ਗਿਆ ਮੈਨੂੰ ਕੋਈ ਗੁਰੂ ਨਾਨਕ ਪਾਤਸ਼ਾਹ ਦੀ ਤਸਵੀਰ ਵਾਲਾ। ਕਹਿੰਦਾ ਮੈਂ ਉਹ ਪਾਇਆ ਹੋਇਆ ਸੀ ਜੇਬ ਚ, ਮੈਨੂੰ ਤਾਂ ਪਤਾ ਲੱਗਾ ਉਹ ਮਾਲਕ ਦੀ ਫੋਟੋ ਮੇਰੀ ਜੇਬ ਚ ਸੀਗੀ, ਉਹ ਮੈਨੂੰ ਚੜੀ ਕੋਈ ਨਹੀਂ। ਦੇਖੋ ਜੀ, ਜਿਸਕੇ ਸਿਰ ਉੱਪਰ ਤੋਂ स्वामी। कई ने जिहड़े मेरे वर्गे गुमराह हाले भी होए दे। ਇਹ ਸ਼ਬਦ ਕਾਫੀ ਸਿਗਨੀਫੀਕੈਂਟ ਹੈ। ਐਵੇਂ ਗੱਲ ਆਈ ਹੈ ਤੇ ਰਵਦੀਪ ਜੀ ਇਹਨੂੰ ਨੋਟ ਕਰ ਛੱਡਿਓ। ਤੇ ਇੱਕ ਹੋਰ ਸ਼ਬਦ ਹੈ ਜਿਹਨੂੰ ਅਸੀਂ ਗੱਲ ਕਰਾਂਗੇ, ਉਹ ਡਿਕਲੇਅਰ ਕਰਕੇ ਗੱਲ ਕਰਾਂਗੇ, ਸੋ ਦੈਟ एवरीवन शुड कम प्रिपेयर्ड। ਨਕਟੀ ਕੋ ਠਨਗਨ ਬਾਡਾ ਡੂ, ਮਾਇਆ ਦੀ ਗੱਲ ਹੈ ਭੈਣ ਜੀ ਕਰ ਰਹੇ ਸਨ ਜਿਸਲੇ ਸਿਮਰਤ ਜੀ, ਤੇ she was momentarily emotionally overwhelmed with the thought. She could find, she was groping for the words. Nakti ko thangan bada du, te kinne bibeki kati tu, eh ਹੈਗਾ ਉਹਦਾ ਰਹਾਉ। ਮੈਨੂੰ ਪੂਰਾ ਸ਼ਬਦ ਯਾਦ ਨਹੀਂ ਹੈ ਪਰ I'm sure ਇਹ ਹੈਗਾ, ਤੇ ਉਹਦਾ ਪੇਜ ਹੈਗਾ, let me look for it. Nakti ko thangan badadu area ji. It's page Asa Kabir 476. Kabir Sahib da चौथा शब्द। Excellent शब्द about Maya. ठीक है जी, चलो कार सिंह जी समाप्ति करिए। सॉरी, इस तो पहले असी बंद कर लगे सैशन। एनीथिंग फ्रॉम एनीवन? नो, चलो थैंक यू जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर
ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਮਹਿਲਾ ਪੰਜਵਾਂ। ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀਰੇ। ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀਰੇ। ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ। ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ ਰਹਾਓ। ਚਾਰ ਬਰਨ ਚੌਹੋਂ ਕੇ ਮਰਦਨ ਖਟ ਦਰਸ਼ਨ ਕਰ ਤਲੀਰੇ। ਸੁੰਦਰ ਸੁਕਰ ਸਰੂਪ ਸਿਆਣੇ ਪੰਚੋਂ ਹੀ ਮੋਸ਼ਲੀਰੇ। ਚਾਰ ਬਰਨ ਚੌਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀਰੇ। ਸੁੰਦਰ ਸੁਕਰ ਸਰੂਪ ਸਿਆਣੇ ਪੰਚੋਂ ਹੀ ਮੋਸ਼ਲੀਰੇ। ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀਰੇ। ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀਰੇ। ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਏ ਕਲੀਰੇ। ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਏ ਕਲੀਰੇ। ਵੱਡੀ ਕੌਮ ਵਸ ਭਾਗੈ ਨਾਹੀ ਮੋਕਮ ਫੌਜ ਹਠਲੀਰੇ। ਕਉ ਨਾਨਕ ਤਿਨ ਜਨ ਨਿਰਦਲਿਆ ਸਾਧ ਸੰਗਤ ਕੇ ਚਲੀਰੇ। ਵੱਡੀ ਕੌਮ ਵਸ ਭਾਗੇ ਨਾਹੀ ਮੋਕਮ ਫੌਜ ਹਠਲੀਰੇ। ਕਉ ਨਾਨਕ ਤਿਨ ਜਨ ਨਿਰਦਲਿਆ ਸਾਧ ਸੰਗਤ ਕੈ ਚਲੀਰੇ। ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀਰੇ। ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। that tells me ਰਵਦੀਪ ਜੀ ਜਿਹੜਾ ਅਸੀਂ ਡੰਡੌਤ ਕੀਤੀ ਸੀ ਹੋਏ 71 ਉਹ ਵੀ ਨੋਟ ਕਰ ਛੱਡੋ ਤੇ ਆਪਾਂ ਐਡਵਾਂਸ ਦੇ ਵਿੱਚ ਹੀ ਨਾ ਮੰਗਲਵਾਰ ਨੂੰ ਦੇਖ ਲਿਆ ਕਰਾਂਗੇ ਵੀ ਕਿਹੜਾ ਹੈ। 5-7 ਵਾਰੀ ਹੋ ਗਈਆਂ ਸੋ ਵਿਲ ਗੋ ਫॉर देयर। ਤੇ ਇਹ ਜਿਹੜਾ ਹਰਕਾਰ ਸਿੰਘ ਜੀ ਨੇ ਹੁਣੇ ਪੜਿਆ ਇਹਨੂੰ ਨੋਟ ਕਰ ਲਓ, ਇਹ ਇਕੱਠੇ ਜਾਣਗੇ ਉਹਦੇ ਨਾਲ ਜਿਹੜੇ ਆ ਨੋਟ ਕਰ ਲਓ। ਆਪਾਂ ਉਹਨੂੰ ਕਲੱਬ ਕਰ ਲਾਂਗੇ ਇਕਤ ਪੱਤਰ ਵਾਲਾ ਜਿਹੜਾ ਨਾ ਨਕਟੀ ਕੋਠਨ। ਚਲੋ ਜੀ ਭੁੱਲ ਚੁੱਕ ਦੀ ਖਿਮਾ ਜੀ ਤੇ ਫਿਰ ਮਿਲਦੇ ਆ। ਕੋਸ਼ਿਸ਼ ਕਰਿਆ ਕਰੀਏ ਇੱਕ ਨਵੀਂ ਗੱਲ ਮਾਲਕ ਨੇ ਸ਼ੁਰੂ ਕਰਾਤੀ ਆਪੇ ਹੀ ਮਾਈ ਟੇਕ, ਤੇ ਇਹਨੂੰ ਅਸੀਂ ਇਨਕੋਰਪੋਰੇਟ ਕਰਿਆ ਕਰੀਏ ਆਪਣੇ ਜੀਵਨ ਦੇ ਵਿੱਚ ਹਮੇਸ਼ਾ। ਜਿੱਥੇ ਅਸੀਂ ਨੋਟਿੰਗਸ ਕਰਦੇ ਹਾਂ ਆਪਣੀਆਂ ਨੋਟਬੁੱਕਸ ਤੇ ਉੱਥੇ ਮਾਈ ਟੇਕ ਜਿਹੜੀ ਹੈ ਉਹ ਜ਼ਰੂਰ ਹੋਵੇ ਸੋ ਦੈਟ ਅਸੀਂ ਦੇਖੀਏ ਤੇ ਸਹੀ 2 ਕੁ ਦਿਨਾਂ ਬਾਅਦ ਕਿ ਜਿਹੜੀ ਪਰਸੋਂ ਦੀ ਟੇਕ ਸੀਗੀ ਉਹ ਕਿੱਥੇ ਹੈ ਤੇ ਅੱਜ ਦੀ ਟੇਕ ਕਿੱਥੇ ਹੈ। ਬਸ ਮਾਈ ਟੇਕ ਜਦੋਂ ਕਹਿੰਦੇ ਹਾਂ ਅਸੀਂ ਹਨਾ, ਹੁੰਦਾ ਕੀ ਹੈ ਵੀ ਉਹ ਟੇਕੀ ਜਾਂਦੇ ਆ ਤੇ ਹੁੰਦਾ ਕੁਝ ਵੀ ਨਹੀਂ ਟਿਕਦਾ ਹੈ ਕੁਝ ਅੰਦਰ। ਜੀ ਆਪਾਂ